ਨਬੀ ਸਨ। ਬਹੁਤ ਅੱਛੇ। ਇਨਸਾਨ ਹੀ ਸਨ ਕਿ ਕੋਈ ਹੋਰ ਹੈਵਾਨ ਜਾਂ ਕੋਈ ਹੋਰ ਚੀਜ਼ ਸਨ? ਇਨਸਾਨ ਸੀ। ਤੇ ਜੇ ਅਗਰ ਉਹ ਇਨਸਾਨ ਇੱਕ ਕਾਬਾ ਬਣਾ ਸਕਦੇ ਨੇ ਤੇ ਤੁਸੀਂ ਜਾ ਕੇ ਉਹਦੇ ਤਵਾਫ ਕਰ ਸਕਦੇ ਹੋ, 7 ਚੱਕਰ ਲਾ ਸਕਦੇ ਹੋ, ਤੇ ਇੱਕ ਹੋਰ ਮੇਰੇ ਵਰਗਾ ਬੇਵਕੂਫ ਜਿਹਾ ਇਨਸਾਨ ਅਗਰ ਆਪਣੇ ਘਰ ਉਸ ਕਾਬੇ ਦਾ ਸਟਰਕਚਰ ਬਣਾ ਲੈਂਦਾ ਤੇ ਤੁਸੀਂ ਠੀਕ ਤੇ ਮੈਂ ਗਲਤ ਕਿਸ ਤਰ੍ਹਾਂ ਹੋ ਗਿਆ? ਤੁਹਾਡਾ ਤੇ ਲੌਜਿਕ ਹੀ ਨਹੀਂ ਸਹੀ ਪੈਂਦਾ। ਜਿਹੜਾ ਲੌਜਿਕ ਤੁਸੀਂ ਉਹਨਾਂ ਤੇ ਬਣਦੇ ਹੋ ਉਹੀ ਲੌਜਿਕ ਤੇ ਤੁਹਾਡਾ ਆਪਣੇ ਘਰ ਬੈਠਾ ਹੈ, ਅਸੀਂ ਤੇ ਫਿਰ ਕਾਬੇ ਤੁਸੀਂ ਦੇ ਉਹਨਾਂ ਨੂੰ ਗਲਤ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੀ? ਕਾਬੇ ਦੇ ਉੱਤੇ ਲੋਕੀ ਚੜ੍ਹਦੇ ਨੇ। ਚੜ੍ਹਦੇ ਨੇ। ਜਦੋਂ ਹਾਂਜੀ ਗਲਾਫ ਚੇਂਜ ਕਰਦੇ ਹੋ ਹਾਂਜੀ, ਕਿ ਉੱਤੋਂ ਚੜ੍ਹਦੇ ਨੇ ਨਾ। ਸੁਪਰਮੈਨ ਉੱਡ ਕੇ ਆ ਕੇ ਹਾਂਜੀ ਕਾਬੇ ਦਾ ਗਲਾਫ ਚੇਂਜ ਅਗਲੇ ਦਿਨ ਕਰਦਾ? ਤੁਹਾਡੀ ਅਗਲੇ ਦਿਨ ਮਰੀਮ ਨਵਾਜ਼ ਕਿਸੇ ਬੁੱਤ ਦੇ ਉੱਤੇ ਅੰਦਰ ਕੋਈ ਚੜ ਚੜ੍ਹਦਾ? ਕੇ ਵੜ ਕੇ ਟਿਪ ਕਰਕੇ ਮਰੀਮ ਨਵਾਜ਼ ਅੰਦਰ ਵੜ ਕੇ ਨਾ ਟਿਪ ਕਰਕੇ ਸੀੜੀਆਂ ਨਾਲ ਚੜ ਕੇ ਆਈ ਜੇ। ਅੱਛਾ, ਤੁਸੀਂ ਬੁੱਤ ਦੇ ਉੱਤੇ ਚੜ੍ਹਦੇ ਹੋ? ਕਿਹਦੇ? ਉਹ ਬੁੱਤ ਦੇ ਉੱਤੇ ਭਰਾਵਾ ਉਹੀ ਬੁੱਤ ਤੇ ਨਹੀਂ ਕਾਬੇ ਦਾ ਚੜ੍ਹਦਾ। ਜਦੋਂ ਗਲਾਫ ਚੇਂਜ ਹੁੰਦਾ ਹੈ, ਹਾਂਜੀ, ਕਾਬੇ ਦਾ ਅਸੀਂ ਗਲਾਫ ਕਾਬੇ ਨੂੰ ਸੁਪਰਮੈਨ ਖੁਦਾ ਨਹੀਂ ਚੇਂਜ ਮੰਨਦੇ। ਕਰਦਾ ਇੱਕ ਹੈ। ਡਾਇਰੈਕਸ਼ਨ ਹੈਗੀ ਏ, ਇੱਕ ਡਾਇਰੈਕਸ਼ਨ ਹੈ ਉਸ ਪਾਸੇ, ਉਹ ਉਹ ਚੇਂਜ ਮੁਕੱਦਸ ਕੌਣ ਘਰ ਹੈ ਬਸ। ਕਰਦਾ ਹੈ? ਨਹੀਂ, ਇਸ ਤੋਂ ਇੱਕ ਇਲਾਵਾ ਮਿੰਟ ਕੁਝ ਅਸ਼ੋਕਾ ਭਾਜੀ ਤੁਸੀਂ ਜ਼ਰਾ ਮਿਊਟ ਕਰਿਓ। ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਬੜੀ ਜ਼ਰੂਰੀ। ਗੱਲ ਸੁਣੋ ਜੀ, ਤੁਸੀਂ ਕਿਹਾ ਅੱਲਾ ਨੂਰ ਹੈ, ਅੱਲਾ ਹਰ ਜਗ੍ਹਾ ਤੇ ਵੇ, ਤੇ ਅੱਲਾ ਤੇ ਹਰ ਡਾਇਰੈਕਸ਼ਨ 'ਚ ਵਾਏ ਕਿ ਕਾਬਾ ਜਿਹੜਾ ਹੈ ਤੁਸੀਂ ਉਹਨੂੰ ਡਿਸਾਈਡ ਕਰ ਲਿਆ। ਕੁਰਾਨ ਕੀ ਚ ਪਤਾ ਵੀ ਅੱਲਾ ਹੈ ਕੀ ਪਤਾ ਇਹ ਫਰਾਡ ਹੋਵੇ, ਕੀ ਪਤਾ ਇਹ ਫਰਾਡ ਹੋਵੇ, ਕਿਉਂਕਿ ਅੱਲਾ ਤੇ ਹਰ ਜਗ੍ਹਾ ਤੇ। ਜੀ। ਕੁਰਾਨ ਚ ਇਹ ਵੀ ਹੈ ਕਿ ਅਗਰ ਤੁਹਾਨੂੰ ਪਤਾ ਨਾ ਚੱਲੇ ਖਾਨੇ ਕਾਬੇ ਵਾਲੇ ਪਾਸੇ ਤੇ ਅੱਲਾ ਹਰ ਪਾਸੇ ਹੈ। ਤੁਹਾਨੂੰ ਪਤਾ ਹੈ ਹਿੰਦੂ ਵੀ ਮੰਨਦੇ ਨੇ ਅੱਲਾ ਹਰ ਜਗ੍ਹਾ ਤੇ ਵੇ, ਰੱਬ ਹਰ ਜਗ੍ਹਾ ਤੇ ਵੇ, ਸਿੱਖ ਵੀ ਮੰਨਦੇ ਨੇ, ਬਾਕੀ ਮਜ਼ਹਬ ਵਾਲੇ ਵੀ ਮੰਨਦੇ ਨੇ, ਤੁਸੀਂ ਵੀ ਮੰਨਦੇ ਹੋ। ਲੇਕਿਨ ਸਭ ਨੇ ਕਿਸੇ ਨੂੰ ਆਪਣੇ ਅੱਲਾ ਨੂੰ ਲੱਭਣ ਲਈ, ਆਪਣੇ ਕੀ ਨਾ ਈਸ਼ਵਰ ਨੂੰ ਲੱਭਣ ਲਈ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਸਿਵਾਏ ਤੁਹਾਡੇ। ਸਿਰਫ ਤੁਸੀਂ ਮੁਸਲਮਾਨਾਂ ਨੇ ਡਾਇਰੈਕਸ਼ਨ ਦਿੱਤੀ ਏ। ਬਾਕੀ ਸਾਰੇ ਜਿਨ੍ਹਾਂ ਨੂੰ ਤੁਸੀਂ ਕਾਫਰ ਆਂਦੇ ਹੋ ਨਾ, ਕਾਫਰਾਂ ਨੇ ਕੋਈ ਡਾਇਰੈਕਸ਼ਨ ਨਹੀਂ ਬਣਾਈ ਅੱਲਾ ਲਈ। ਉਹ ਆਂਦਾ ਨਹੀਂ ਅੱਲਾ ਹਰ ਜਗ੍ਹਾ ਤੇ ਵੇ। ਚਲੋ ਤੇ ਤੁਸੀਂ ਬਣਾਈਏ ਡਾਇਰੈਕਸ਼ਨ। ਤੁਸੀਂ ਅੱਲਾ ਅੱਲਾ ਨੂੰ ਮਹਿਦੂਦ ਤੁਸੀਂ ਕਰ ਛੜਿਆ ਹੈ। ਕੀ ਨਾ ਚੋਈ ਸਾਹਿਬ ਉਹਨਾਂ ਨੇ ਨਹੀਂ ਕੀਤਾ। ਉਹ ਬੁੱਤਾਂ ਚ ਲੱਭਦੇ ਨੇ। ਬੁੱਤ ਦਾ ਕੀ ਹੁੰਦਾ? ਕਾਬਾ ਵੀ ਤੇ ਬਣਾ ਪੱਥਰ ਕੇ ਹੀ ਹੈ। ਗੱਲ ਸੁਣੋ ਅੱਜ ਮੈਂ ਵੇਖਿਆ ਇੱਕ ਬਾਬਾ ਨਾ ਹਜ ਕਰਨ ਗਿਆ ਤੇ ਸ਼ੈਤਾਨ ਨੂੰ ਪੱਥਰ ਇੰਜ ਮਾਰਨ ਦਿਆ ਖਿੱਚ ਕੇ, ਜਿਵੇਂ ਉਹਨੇ ਅਗਲੀਆਂ ਪਛੜੀਆਂ ਉਹਦੇ ਨਾਲ ਕੋਈ ਬੜੇ ਕਸੂਰ ਕੀਤੇ ਨੇ ਸ਼ੈਤਾਨ ਦੇ ਉਹਦੇ। ਹੁਣ ਉਹ ਪੱਥਰ ਏ ਜਿਹਨੂੰ ਤੁਸੀਂ ਵੱਟੇ ਮਾਰਦੇ ਹੋ। ਮੈਨੂੰ ਦੱਸੋ ਖਾਂ, ਪੱਥਰ ਨੂੰ ਵੱਟੇ ਮਾਰਦੇ ਜੇ? ਵਾਏ ਪੱਥਰ ਚੁੱਕ ਕੇ ਪੱਥਰ ਨੂੰ ਮਾਰ ਰਹੇ ਹੋ, ਪੱਥਰ ਹੀ ਚੁੱਕ ਕੇ ਪੱਥਰ ਨੂੰ ਮਾਰ ਰਹੇ ਹੋ ਜੀ। ਇਹਦੇ ਨਾਲ ਕੀ ਮਤਲਬ? ਤੁਹਾਡਾ ਕੀ ਕੱਢਣਾ ਵਿੱਚੋਂ? ਸ਼ੈਤਾਨ ਦਾ ਉੱਥੇ ਹਾਂ ਇੰਜੀ ਉਹਨਾਂ ਦੀ ਮੂਰਤੀ ਹੈ। ਇਬਰਾਹਿਮ ਅਲੈਹਿਸਲਾਮ ਨੂੰ ਬਹਿਕਾਇਆ ਸੀ। ਨਾ ਇਸੇ ਤਰ੍ਹਾਂ ਉਹਨਾਂ ਦੀ ਮੂਰਤੀ ਹੈ। ਸੁਨਨਤ ਸੀ, ਇਬਰਾਹਿਮ ਅਲੈਹਿਸਲਾਮ ਨੇ ਉੱਥੇ ਪੱਥਰ ਮਾਰਿਆ ਸੀ, ਸ਼ੈਤਾਨ ਨੇ ਬਹਿਕਾਇਆ ਸੀ। ਨਹੀਂ ਪੱਥਰ ਮਾਰਿਆ ਸੀ ਨਾ, ਤੇ ਇਸੇ ਤਰ੍ਹਾਂ ਉਹਨਾਂ ਦੀ ਮੂਰਤੀ, ਉਹ ਮੂਰਤੀ ਅੱਗੇ ਰੱਖ ਕੇ ਅਸੀਂ ਹੋਰ ਨਹੀਂ ਗੱਲ ਸੁਣੋ ਨਾ ਮੇਰੀ, ਉਹ ਮੂਰਤੀ ਅੱਗੇ ਰੱਖ ਕੇ ਪੂਜ ਲੈਂਦੇ ਨੇ। ਤੁਹਾਨੂੰ ਕੀ ਟੈਨਸ਼ਨ ਹੈ? ਤੁਸੀਂ ਪੱਥਰ ਨੂੰ ਸ਼ੈਤਾਨ ਸਮਝ ਕੇ ਪੱਥਰ ਮਾਰ ਆਂਦੇ ਹੋ। ਹਰ ਕਿਸੇ ਦੀ ਆਪਣੀ ਮਰਜ਼ੀ ਹੈ ਨਾ। ਉਹ ਕਰਨ ਤੇ ਕਾਫਰ, ਤੁਸੀਂ ਕਰੋ ਤੇ ਮੁਸਲਮਾਨ। ਹੱਦ ਹੋ ਗਈ ਹੈ। ਇੱਕ ਚੀਜ਼ ਹੋਰ ਹੈ ਦੱਸਣ ਕਮਲਾ ਇਬਨ ਪਰ ਦੂਜੀ ਗੱਲ ਇਹ ਕਿ ਮੈਨੂੰ ਦੱਸੋ, ਇਹ ਹਜਰਾ ਅਸਵਦ ਨੂੰ ਜੋ ਲੜ ਕੇ ਘੋਲ ਕੇ ਬੰਦੇ ਇੱਕ ਦੂਜੇ ਨੂੰ ਮਾਰ ਕੇ ਧੱਕੇ ਦੇ ਕੇ ਚੁੰਮਦੇ ਨੇ, ਇਹ ਚੁੰਮਣਾ ਕੀ ਹੈ? औरतों को भी धक्के देते हैं सिस्टर जी, वो भी औरतों के साथ तो ज्यादती भी हो रही है उस जगह पे। बड़ी वीडियो आई है इस दफा ये हज की। बिल्कुल वो चिल्ला रही हैं, चीख रही हैं, चीखें मार रही हैं। हाँ वो तो ना महरम है सारी उनकी। ਉਹਨਾਂ ਦੇ ਘਰ ਦੇ ਵਿੱਚ ਔਰਤ ਨਾਲ ਇਹ ਸਲੂਕ ਹੋ ਰਿਹਾ ਸੀ। ਮੈਂ ਹੈਰਾਨ ਹੋ ਰਹੀ ਸਾਂ ਵੇਖ ਕੇ ਸਿਸਟਰ ਕਿ ਇਹ ਕੈਸੇ ਲੋਕ ਨੇ। ਸਿਸਟਰ ਖਤੀਜਾ ਇੱਕ ਹੋਰ ਮੈਂ ਗੱਲ ਕਹਿੰਦੀ ਇਹ ਕਾਬਾ ਫਟ ਜਾਣਾ ਚਾਹੀਦਾ ਹੈ। ਦਾ ਜਵਾਬ ਨਹੀਂ ਦਿੱਤਾ ਤੁਹਾਡੇ ਤੇ ਹਲਾਲ ਕਿਵੇਂ ਹੋ ਗਿਆ? ਮੈਂ ਉਹ ਬਾਅਦ ਚ ਲਿਓ, ਮੇਰੀ ਗੱਲ ਸੁਣੋ ਇੱਕ ਮਿੰਟ ਮਿਊਟ ਕਰੋ। ਤੁਹਾਡੇ ਤੇ ਕਿਵੇਂ ਹਲਾਲ ਹੋ ਗਿਆ? ਮਿਊਟ ਤੇ ਕਰ ਲਓ ਨਾ ਇੱਕ ਮਿੰਟ। ਜਿੰਨੀਆਂ ਔਰਤਾਂ ਨਾਲ ਉੱਥੇ ਜ਼ਿਆਦਤੀ ਹੋਈ ਨਾ, ਸਿਰਫ ਇਸ ਵਕਤ ਮੈਂ ਆਨੀ ਆ ਕਿ ਜੇ ਅੱਲਾ ਹੈ ਨਾ ਕੋਈ ਉੱਥੇ ਬੈਠਾ, ਕਾਬੇ ਨੂੰ ਫਟ ਜਾਣਾ ਚਾਹੀਦਾ ਸੀ। ਬਿਲਕੁਲ ਇਹ ਨਹੀਂ ਉੱਥੇ ਜ਼ਨਾਕਾਰੀ ਓਪਨਲੀ ਹੋ ਰਹੀ ਏ, ਔਰਤਾਂ ਨਾਲ ਜ਼ਿਆਦਤੀ ਹੋ ਰਹੀ ਏ, ਅਬਿਊਜ਼ ਹੋ ਰਿਹਾ ਹੈ ਲੇਡੀਜ਼ ਦਾ, ਤੇ ਮੈਂ ਕਹਿੰਨੀ ਆ ਕਿ ਅੱਲਾ ਖਾਮੋਸ਼ ਬੈਠਾ ਹੈ ਖਾਨੇ ਕਾਬੇ ਦੇ ਵਿੱਚ। ਉਹ ਮਜ਼ੇ ਲੈ ਰਿਹਾ ਹੈ। ਨਹੀਂ ਅੱਲਾ ਮਜ਼ੇ ਲੈ ਰਿਹਾ ਹੈ, ਅੱਲਾ ਮਜ਼ੇ ਲੈ ਰਿਹਾ, ਉਹਨੂੰ ਮਜ਼ੇ ਆ ਰਹੇ ਨੇ। ਉਹ ਸਿਸਟਰ ਖਤੀਜਾ ਗੱਲ ਸੁਣੋ, ਇਹਨਾਂ ਕੋ ਪੁੱਛੋ ਅੱਲਾ ਨੂੰ ਅੰਦਰ ਬੰਦ ਕਰਕੇ ਚਾਬੀ ਕਿਹਦੇ ਕੋਲ ਹੈ? ਟੇਕ ਕੇਅਰ। ਓਕੇ ਬਾਏ। ਹੱਦ ਹੋ ਗਈ, ਚੋਈ ਸਭ ਜਵਾਬ ਦਿੱਤੇ ਬਗੈਰ ਹੀ ਚੱਲੇ ਨੇ ਟੇਕ ਕੇਅਰ ਕਰਕੇ। ਨਹੀਂ ਚੌਧਰੀ ਸਾਹਿਬ ਜਾਣਾ ਨਹੀਂ, ਇੱਕ ਹੋਰ ਸਵਾਲ ਲੈਂਦੇ ਟੇਕ ਕੇਅਰ ਕਰਨ ਨਹੀਂ ਦਿਆ, ਤੁਸੀਂ ਕਿਹੜੀ ਟੇਕ ਕੇਅਰ ਕਰਨੀ ਹੈ? ਅਲਾਮਾ ਸਾਹਿਬ ਸਿਸਟਰ ਜੀ ਇੱਕ ਚੀਜ਼ ਹੋਰ ਇਹਨਾਂ ਦੇ ਕੋਲੋਂ ਪੁੱਛ ਲਈਏ ਕਿ ਜਿਹੜਾ ਪਹਿਲਾ ਉਹ ਸੀ ਕੀ ਉਹਨੂੰ ਕਹੀਦਾ ਸੀ, ਪਹਿਲਾ ਕਿਬਲਾ ਜਿਹੜਾ ਸੀ ਉਹ ਤੇ ਹੋਰ ਸੀ, ਤੇ ਇਹ ਤੇ ਕਿਬਲਾ ਬਦਲ ਗਿਆ ਇਹਨਾਂ ਦਾ। ਇਹਦਾ ਮਤਲਬ ਅੱਲਾ ਜਿਹੜਾ ਹੈ ਉਹ ਫਿਰ ਪਹਿਲੇ ਵਾਲਾ ਅੱਲਾ ਨਹੀਂ ਰਿਹਾ, ਕਿ ਅੱਲਾ ਪ੍ਰੋ ਮੈਕਸ ਆ ਗਿਆ ਫਿਰ।
नहीं, अल्लाह ने शिफ्ट कर लिया। शिफ्ट जैसे आप अपना घर शिफ्ट कर लेते हैं ना, किराएदार वो आप हो तो चल मालिक ठीक है, को निकाल देता है ना ठीक है। आपको घर से। नहीं चौर साहब एक और जे सूरा मायदा ਦੀ ਸੂਰਾ 5ਵੀਂ ਸੂਰਤ ਦੇ ਤੁਸੀਂ ਮੈਨੂੰ ਜਵਾਬ 90 ਆਇਤ ਇੱਕ ਸਵਾਲ ਦਾ ਨਹੀਂ ਦਿੱਤਾ ਤੁਹਾਡੇ ਦੇ ਮੈਂ ਦੇ ਦਿਆਂਗਾ ਤੁਸੀਂ ਮੇਰੇ ਨਾਲ ਪਹਿਲੇ ਜਵਾਬ ਲੈਣਾ ਤੋਂ ਗੱਲ ਕਰ ਲਓ ਕੋਈ ਐਸਾ ਸਵਾਲ ਨਹੀਂ ਜਿਹਦਾ ਸਾਡੇ ਕੋਲ ਜਵਾਬ ਨਹੀਂ ਹੈ ਤੁਸੀਂ ਜਵਾਬ ਅੱਛਾ ਗੱਲ ਸੁਣੋ ਤੁਹਾਡੇ ਦੇ ਸੂਰ ਕਿਵੇਂ ਹਲਾਲ ਹੋ ਗਿਆ ਤੇ ਤੁਹਾਡੇ ਸੂਰ ਸੁਣੋ ਫਿਰ ਜੋ ਸਾਹਿਬ ਮੇਰਾ ਸਵਾਲ ਜ਼ਿਆਦਾ ਅਹਿਮ ਸੀ ਉੱਥੇ ਔਰਤਾਂ ਦੇ ਨਾਲ ਜਿਹੜਾ ਅਬਿਊਜ਼ ਹੋ ਰਿਹਾ ਤੇ ਅੱਲਾ ਜਿਹੜਾ ਉਹ ਬੋਲ ਰਿਹਾ ਪੁਲਿਸ ਹੈਗੀ ਨਾ ਪੁਲਿਸ ਆਪਸ ਡੀਲ ਕਰ ਲੈਂਦੀ ਹੈ ਤੁਸੀਂ ਟੈਨਸ਼ਨ ਨਾ ਲਓ ਹੋ ਗਈ ਅੱਛਾ ਜੀ ਪੁਲਿਸ ਨੇ ਕਰਨਾ ਤੇ ਅੱਲਾ ਕੀ ਕਰਨ ਦਿਆ ਉੱਥੇ ਅੱਲਾਹ ਤਾਲਾ ਨੇ ਜਿਹੜਾ ਹੈ ਨਾ ਉੱਥੇ ਕਿਸੇ ਦੀ ਮੌਤ ਆਉਣ ਤੋਂ ਵੀ ਨਹੀਂ ਰੋਕਿਆ ਠੀਕ ਹੈ ਨਾ ਕਿਸੇ ਦੀ ਮੌਤ ਉੱਥੇ ਲਿਖੀ ਹੈ ਤੇ ਉੱਥੇ ਆ ਸਕਦੀ ਹੈ ਅੱਡੀ ਕੋਈ ਗੱਲ ਕੋਰੋਨਾ ਵਾਇਰਸ ਨੇ ਇਸ ਅੱਲਾ ਵਾਸਤੇ ਉੱਥੇ ਔਰਤਾਂ ਜਾ ਰਹੀਆਂ ਨੇ ਇੰਨੀ ਦੂਰੋਂ ਸਫ਼ਰ ਕਰਕੇ ਉਹਨਾਂ ਦੇ ਨਾਲ ਉੱਥੇ ਓਪਨਲੀ ਜ਼ਿਆਦਤੀ ਹੋ ਰਹੀ ਹੈ ਤੇ ਅੱਲਾ ਤੇ ਅੱਲਾ ਦੇ ਫਰਿਸ਼ਤਿਆਂ ਨੂੰ ਫਰਕ ਹੀ ਨਹੀਂ ਪੈਂਦਾ ਹੱਥ ਲਾ ਸਕੇ ਗਾਟਾ ਨਹੀਂ ਉੱਥੇ ਲਾ ਦਿੰਦੇ ਉਹ ਕਿੰਨੇ ਲਾਇਆ ਗਾਟਾ ਉੱਥੇ ਲਾਈਵ ਵੀਡੀਓ ਆਈਆਂ ਕੋਈ ਗਾਟਾ ਨਹੀਂ ਲਾਇਆ ਕਿਸੇ ਵੀ ਹੋਪ ਕਰੋ ਕੋਈ ਹੱਦੋਂ ਵੀ ਉੱਥੇ ਜਾ ਕੇ ਵੀਡੀਓ ਵੇਖੀਆਂ ਨੇ ਨਾ ਕਰੋ ਮੈਂ ਵੀਡੀਓ ਵੇਖੀਆਂ ਜੋ ਸਭ ਮੈਂ ਮਜ਼ਾਕ ਨਹੀਂ ਕਰ ਰਹੀ ਅਗਲ ਪੁਲਿਸ ਨੂੰ ਰਿਪੋਰਟ ਕਿਉਂ ਨਹੀਂ ਕੀਤੀ ਉੱਥੇ ਹਾਲਾਤ ਹੀ ਨਹੀਂ ਰਿਪੋਰਟਾਂ ਕਰਨ ਵਾਲੇ ਉੱਥੇ ਤੇ ਬੰਦੇ ਤੇ ਬੰਦਾ ਚੜਿਆ ਹੈ ਉੱਥੇ ਪੁਲਿਸ ਛੱਡਦੀ ਨਹੀਂ ਹੈਗੀ ਉਹ ਜੋਈ ਸਾਹਿਬ ਉੱਥੇ ਇੰਨੀ ਦੁਨੀਆ ਹੈ ਕਿ ਉਹ ਧੱਕੇ ਦੇਂਦੇ ਨੇ ਉੱਥੇ ਔਰਤ ਵਿਚਾਰੀ ਦੀ ਕਿੰਨੇ ਸੁਣਨੀ ਹੈ ਉੱਥੇ ਅੱਲਾ ਸੁਣ ਲੈ ਤੇ ਬੜੀ ਗੱਲ ਏ ਤੇ ਮੈਨੂੰ ਇਹ ਜਵਾਬ ਲੈਣ ਦਿਓ ਪਲੀਜ਼ ਇਹਨੂੰ ਤਲਾਕ ਤੁਹਾਡੇ ਚ ਹੈ ਕਿ ਨਹੀਂ ਹੈ ਮੈਨੂੰ ਇਹ ਸਵਾਲ ਦਾ ਜਵਾਬ ਦਿਓ ਪਲੀਜ਼ ਤੁਹਾਡੇ ਆਪਣੇ ਪਾਸੇ ਤੁਸੀਂ ਜਵਾਬ ਨਹੀਂ ਦਿੰਦੇ ਤੇ ਦੂਜੇ ਨੂੰ ਆਉਂਦੇ ਜਵਾਬ ਦੀ ਤੁਸੀਂ ਸੈਟੀਸਫਾਈ ਨਹੀਂ ਹੋਣਾ ਤੇ ਨਹੀਂ ਮੇਰਾ ਮਸਲਾ ਅੱਲਾ ਨਾਲ ਹੈ ਮੈਂ ਕੀ ਕਰਾਂ ਨਾ ਮੈਨੂੰ ਜਵਾਬ ਚਾਹੀਦਾ ਅੱਲਾ ਦੇ ਅੱਲਾ ਦਾ ਜਿਹੜਾ ਮਕਾਮ ਹੈ ਨਾ ਜਿਹੜਾ ਅੱਲਾ ਦਾ ਮਕਾਮ ਹੈ ਮੈਨੂੰ ਉਸ ਮਕਾਮ ਦਾ ਜਵਾਬ ਚਾਹੀਦਾ ਹੈ ਨਾ ਮੈਂ ਪੁਲਿਸ ਦਾ ਜਵਾਬ ਲੈ ਕੇ ਕੀ ਮਤਲਬ ਉਹਦੇ ਨਾਲ ਮੈਂ ਕੀ ਕਰਾਂ ਅੱਲਾਹ ਤਾਲਾ ਨੇ ਫ੍ਰੀ ਵਿਲ ਜੇ ਪੁਲਿਸਾਂ ਹੀ ਕਰਨੀਆਂ ਸਨ ਤੇ ਫਿਰ ਗੋਰਿਆਂ ਦਾ ਨਿਜ਼ਾਮ ਠੀਕ ਹੈ ਉਹ ਵੀ ਪੁਲਿਸ ਦਿੰਦੇ ਨੇ ਜੇ ਪੁਲਿਸਾਂ ਹੀ ਕਰਨੀਆਂ ਨੇ ਤੇ ਗੋਰੇ ਵੀ ਤੇ ਪੁਲਿਸਾਂ ਹੀ ਕਰਦੇ ਨੇ ਫਿਰ ਅੱਲਾ ਕਾਦੇ ਵਾਸਤੇ ਸਾਡੇ ਵਾਸਤੇ ਵੱਡਾ ਹੋ ਗਿਆ ਜੀ ਅੱਲਾ ਨੇ ਕੁੱਖ ਕਰਨਾ ਹੀ ਨਹੀਂ ਉੱਥੇ ਨਾ ਔਰਤ ਦੀ ਹਿਫਾਜ਼ਤ ਹੋ ਰਹੀ ਉੱਥੇ ਚਲੋ ਕੋਈ ਗੱਲ ਨਹੀਂ ਤੁਹਾਨੂੰ ਕਿਆਮਤ ਵਾਲੇ ਨੂੰ ਪਤਾ ਚੱਲ ਜਾਏਗਾ ਅੱਲਾ ਇਹ ਪਤਾ ਨਹੀਂ ਕਿਹੜੀ ਮੈਨੂੰ ਇੱਥੇ ਦੁਨੀਆ ਦਾ ਤੇ ਪਤਾ ਲੱਗਣ ਨਹੀਂ ਦਿਆ ਕਿਆਮਤ ਦਾ ਮੈਨੂੰ ਪਤਾ ਨਹੀਂ ਕਿਹੜੀ ਮੁਸੀਬਤ ਨੇ ਆਉਣਾ ਵੀ ਹੈ ਕਿਸੇ ਨੇ ਕਿ ਨਹੀਂ ਚਲੋ ਅੰਦਰ ਕੋਲ ਪੁੱਛ ਲੈਂਦੇ ਤੁਹਾਡੇ ਨਬੀ ਨੇ ਤਾਂ ਅਗਰ ਔਰਤ ਅਗਰ ਕੀ ਨਾ ਹੈ ਆਪਣੇ ਹਸਬੰਡ ਨਾਲ ਨਾ ਰਹਿਣੀ ਚਾਹੇ ਤਲਾਕ ਲੈ ਸਕਦੀ ਹੈ ਕ੍ਰਿਸਚੀਅਨਟੀ ਇਹ ਬੜਾ ਵੱਡਾ अमर साहब एक सेकंड सिस्टर खतीजा एक सेकंड हाँ जी आपको हम जवाब जरूर देंगे आप पहले ये बताइए कि हजरत खतीजा जो हुजूर की पहली बेगम थी वो क्रिश्चियन थी हिंदू थी क्रिश्चियन थी क्योंकि वो वर्का बिन नौफल जो है ना उनका जो कजन है उनसे वो बाइबल सुना करती थी हाँ जी तो उनको 2 दफा तलाक हुई थी ना जी किसको हाँ उनको तीसरी शादी थी हजरत मोहम्मद से हाँ जी 2 दफा हजरत मोहम्मद की शादी हुई थी एक क्रिश्चियन लेडी से हुई थी उसका सबूत ये है कि जब फतह मक्का हुआ था ना तो हजरत मोहम्मद ने हजरत मरियम का और हजरत ईसा का जो था ना क्या कहते हैं मुजस्समा वो मक्का के अंदर पड़ा रहने दिया था उन्होंने कहा था इसके अलावा बाकी सारे बुत तोड़ दो सिर्फ मरियम का ये सही बात मरियम और ईसा का के मुजस्समे के अलावा सारे बुत तोड़ दो और उसकी वजह वही थी क्योंकि हजरत मोहम्मद पहले क्रिश्चियन हुए थे हजरत मोहम्मद ने ओल्ड टेस्टामेंट को ਬੋਲਦੇ ਹੋ ਕਿ ਲੋਕੀ ਜਿਹੜੇ ਨਾ ਤੁਹਾਡੇ ਤੇ ਯਕੀਨ ਕਰਨ मेरे ते की कर रहे हैं तो दुनिया साहब आपको जवाब देते हैं ना आप तलाक का जवाब देते हैं सुनिए जाके पढ़ लो जो ਪਤਾ सब ਹੈਗਾ हद हो गई है ਹੱਦ ਹੋ ਗਈ ਤੁਸੀਂ ਕੋਲ ਅੱਛਾ ਚੱਲ ਮੇਰੀ ਗੱਲ ਇੱਕ ਸੈਂਟੈਂਸ ਚ ਮੈਂ ਦੱਸ ਦਨੀ ਹੈ ਮੇਰੀ ਗੱਲ ਸੱਚੀ ਹੈ ਜਦੋਂ ਪਹਿਲੀ ਵਾਰੀ ਵਹੀ ਨਾਜ਼ਲ ਹੋਈ ਤੇ ਹਜ਼ਰਤ ਖਦੀਜਾ ਹਜ਼ਰਤ ਮੁਹੰਮਦ ਨੂੰ ਵਰਕਾ ਬਿਨ ਨੌਫਲ ਕੋਲ ਕਿਉਂ ਲੈ ਕੇ ਗਏ ਹਜ਼ਰਤ ਮੁਹੰਮਦ ਨੂੰ ਤੇ ਪਤਾ ਹੀ ਨਹੀਂ ਸੀ ਉਹਨਾਂ ਕੋਲ ਆਇਆ ਕੌਣ ਹੈ ਖਦੀਜਾ ਨੇ ਦੱਸਿਆ ਕਿ ਤੁਹਾਡੇ ਕੋਲ ਉਹ ਫਰਿਸ਼ਤਾ ਹੈ ਜਿਹੜਾ ਬਾਈਬਲ ਚ ਜਿਹਦਾ ਨਾਮ ਲਿਖਿਆ ਹੈ ਔਰ ਉਹਦਾ ਨਾਮ ਜਿਬਰਾਈਲ ਹੈ ਹਜ਼ਰਤ ਮੁਹੰਮਦ ਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਦੱਸੋ ਇਹ ਸਬੂਤ ਮੇਰੀ ਗੱਲ ਦਾ ਚੋਈ ਸਾਹਿਬ ਇਹ ਸਬੂਤ ਹੈ ਮੇਰੀ ਗੱਲ ਦਾ ਔਰ ਤੁਹਾਡੀਆਂ ਆਪਣੀਆਂ ਕਿਤਾਬਾਂ 'ਚ ਇਹ ਗੱਲ ਲਿਖੀ ਹੈ ਚਲੋ ਮੈਨੂੰ ਉਹਦੇ ਕੋਲ ਜਵਾਬ ਲੈ ਲੈਂਦੇ ਕ੍ਰਿਸਚੀਅਨਟੀ 'ਚ ਹੈ ਕਿ ਨਹੀਂ ਕਿ ਨਾ ਤਲਾਕ है कि नहीं ਮੈਨੂੰ ਜਵਾਬ सही बुखारी दी हदीस आपके जो नबी हैं जिनको आप मानते हैं जिनके आप फॉलोवर हैं उनकी पहली शादी एक ऐसी खातून के साथ हुई जो क्रिश्चियन थी जो जिनको 2 दफा तलाक हुई अभी भी आप हमारे से सवाल पूछ रहे हैं सुअर का गोश्त का बता दें चले कमाल होगी यार अब सुअर में चले गए और नहीं ਤੁਸੀਂ ਸਾਰੇ ਕਿਉਂ ਸੂਰ ਤੇ ਫਲਾਨ ਮੁੱਦੇ ਖੋਲੇ ਨੇ ਤੁਸੀਂ ਮੁੱਦਾ ਇਹ ਖੋਲੋ ਕਿ ਵਰਕਾ ਬਿਨ ਨੌਫਲ ਔਰ ਖਦੀਜਾ ਨੂੰ ਕਿਉਂ ਪਤਾ ਸੀਗਾ ਕਿ ਇਹ ਜਿਹੜਾ ਫਰਿਸ਼ਤਾ ਆਇਆ ਹੈ ਹਜ਼ਰਤ ਮੁਹੰਮਦ ਕੋਲ ਉਹਦਾ ਨਾਮ ਜਿਬਰਾਈਲ ਮੈਨੂੰ ਤੇ ਇਸ ਗੱਲ ਦਾ ਜਵਾਬ ਦਿਓ ਇਹ ਅੱਲਾ ਦਾ ਕੰਮ ਨਹੀਂ ਕਿ ਉਹ ਦੱਸੇ खतीजा को नहीं सी पता ये वर्का बिन नौफल ने बताया था इस खतीजा को भी नहीं पता था जाके पढ़ लेना
ਠੀਕ ਹੈ ਨਾ। ਇਹ ਹਦੀਸ ਨੰਬਰ ਹੈਗੀ ਜੇ ਸਹੀ ਬੁਖਾਰੀ ਦੀ ਹਦੀਸ ਨੰਬਰ 6982 ਪੜ੍ਹ ਦੋ ਲਾਮਾ ਸਾਹਿਬ, ਜਰਾ ਪੜ੍ਹ ਦੋ ਇਹਨੂੰ ਪੜ੍ਹ ਕੇ ਸੁਣਾ ਦਿਓ। ਨਾ ਦੱਸਿਆ ਕੋਈ ਨਹੀਂ ਤੁਹਾਡੇ ਅੱਲਾ ਨੇ ਕਿ ਮੈਂ ਕਿਹਨੂੰ ਭੇਜਣ ਦਿਆਂ, ਚੱਲ ਬਈ ਇਕਰਾ ਬਿਸਮੀ ਸ਼ੁਰੂ ਹੋ ਜਾ। ਉਹ ਫਰਿਸ਼ਤੇ ਦਾ ਨਾਂ ਜਾ ਕੇ ਜਿਹੜਾ ਹੈ ਉਹ ਵਰਕਾ ਬਿਨ ਨੌਫਲ ਤੇ ਖਦੀਜਾ ਦੱਸ ਰਹੀ ਹੈ। ਨਿਕਾਹ ਜਿਹੜਾ ਹੋਇਆ ਸੀ ਸਿਸਟਰ ਇਹਨਾਂ ਦਾ, ਹਜ਼ਰਤ ਮੁਹੰਮਦ ਦਾ ਤੇ ਖਦੀਜਾ ਦਾ, ਇਹ ਕਿਹੜਾ ਹੋਇਆ ਸੀ ਨਿਕਾਹ? ਮੰਦਿਰ ਚ ਹੋਇਆ ਸੀ? ਜਿਹੜਾ ਅਰਬਾਂ ਦਾ ਦੇ ਦੋ ਉੱਥੇ ਪੜਾਇਆ ਜਾਂਦਾ ਸੀ ਨਿਕਾਹ ਦਾ। ਜਿਹੜੀ ਸੈਰੇਮਨੀ ਹੈ, ਜਿਹੜੀ ਇਸਲਾਮ ਦੇ ਵਿੱਚ ਨਿਕਾਹ ਦੀ ਸੈਰੇਮਨੀ ਹੈ, ਇਹ ਹੈ ਹੀ ਪੈਗਨਸ ਦੀ, ਇਹ ਕਿਸੇ ਅੱਲਾ ਨੇ ਨਹੀਂ ਦਿੱਤੀ। ਔਰ ਤਾਰੀਖ 'ਚ ਲਿਖੀ ਹੈ ਕਿ ਉਨਕਾ ਨਿਕਾਹ ਕਿਤੇ ਲਿਖਿਆ ਹੈ ਵਰਕਾ ਬਿਨ ਨੌਫਲ ਨੇ ਪੜਾਇਆ, ਕਿਤੇ ਲਿਖਿਆ ਹੈ ਅਬੂ ਤਾਲਬ ਨੇ ਪੜਾਇਆ, ਕਿਤੇ ਲਿਖਿਆ ਹੈ ਉਨਕੇ ਚਚਾ ਨੇ ਪੜਾਇਆ। ਤੁਸੀਂ ਪੈਗਨਸ ਹੋ ਸਾਰੇ ਇੱਥੇ? ਹਾਂ, ਤੁਸੀਂ ਸਾਰੇ ਮੁਸਲਮਾਨ ਸਾਰੇ ਪੈਗਨਸ ਨੇ, ਮੁਸਲਮਾਨ ਪੈਗਨਸ ਨੇ, ਕਿਉਂਕਿ ਮੁਸਲਮਾਨਾਂ ਦੀ ਸਾਰੀ ਰਵਾਇਤਾਂ ਉਹ ਨੇ ਜਿਹੜੇ ਸਨ ਨਾ ਕੁਰੈਸ਼, ਜਿਹੜੇ ਸਨ ਨਾ ਮੁਸ਼ਰਿਕੀਨ ਕੁਰੈਸ਼ ਸਨ, ਜਿਹੜੇ ਉਹਨਾਂ ਦੇ ਜਿਹੜੀ ਸਾਰੀ ਜੋ ਉਹਨਾਂ ਦੀਆਂ ਚੀਜ਼ਾਂ ਸਨ ਸਾਰੀਆਂ ਦੀਆਂ ਸਾਰੀਆਂ ਇਸਲਾਮ 'ਚ ਲਿਖੀਆਂ ਨੇ। ਹੋਰ ਦੱਸੋ ਚੌਧਰੀ ਸਾਹਿਬ, ਜਾ ਕੇ ਤਾਰੀਖ ਚੁੱਕ ਕੇ ਪੜ੍ਹ ਲਓ, ਇਹੋ ਹੀ ਲਿਖਿਆ। ਕਿਉਂਕਿ ਜਿਹੜਾ ਹਜ਼ਰਤ ਮੁਹੰਮਦ ਦੀ ਸ਼ਾਦੀ ਹੋਈ ਸੀ ਨਾ ਹਜ਼ਰਤ ਖਦੀਜਾ ਨਾਲ, ਉਹ ਵੀ ਇੰਜ ਹੀ ਹੋਈ ਸੀ। ਔਰ ਉਹ ਉਦੋਂ ਤੇ ਇਸਲਾਮ ਹੀ ਨਹੀਂ ਸੀ ਆਇਆ, ਉਦੋਂ ਕਿਵੇਂ ਨਿਕਾਹ ਪੜਾਤਾ? इवन के निकाह का खुतबा भी पढ़ाया गया और हजरत की ना खदीजा नू हक मेहर भी दिता गया 20 ऊंट। ਅੱਛਾ, ਹੱਕ ਮਹਿਰ ਤੇ ਇਸਲਾਮ ਦੇ ਵਿੱਚ ਹੈਗਾ। ਤੁਸੀਂ ਬੜੇ ਨਾਈਸ ਬੰਦੇ ਹੋ, ਤੁਸੀਂ ਮੇਰੀ ਗੱਲਾਂ ਤੇ ਮੋਹਰ ਲਾ ਕੇ ਚੱਲ ਜਾਂਦੇ ਹੋ। ਥੈਂਕ ਯੂ। ਇਹ ਤੁਹਾਡੀ ਤਰੀਫ ਦੀ ਕਿਤਾਬ 'ਚ ਲਿਖਿਆ ਹੈ, ਮੈਂ ਤੁਹਾਨੂੰ ਨਾਂ ਦੱਸ ਦੇਣੀ ਜੇ ਤੁਹਾਨੂੰ ਚਾਹੀਦੀ ਹੈ। ਮੈਂ ਇਹਨਾਂ ਨੂੰ ਦੱਸ ਦੇਣਾ, ਇਹਨਾਂ ਦੀ ਜਿਹੜੀ ਉਹ ਹਜ਼ੂਰ ਦਾ ਜਿਹੜਾ ਨਿਕਾਹ ਹੋਇਆ ਸੀ ਨਾ, ਉਹ ਅਰਬ, ਉਹਨਾਂ ਦਾ ਜਿਹੜਾ ਨਿਕਾਹ ਪੜਾਇਆ ਗਿਆ ਸੀ ਉਹ ਪੜਾਇਆ ਸੀ ਉਹਨਾਂ ਨੇ ਵਰਕਾ ਬਿਨ ਨੌਫਲ ਨੇ, ਜਿਹੜੇ ਉਹਨਾਂ ਦੇ ਚਾਚੂ ਦੇ ਬੇਟੇ ਸਨ। ਕੁਝ ਵੀ ਫਾਈਨਲ ਕੁਝ ਨਹੀਂਗਾ, ਕਿਉਂਕਿ ਇੱਕ ਨਹੀਂ 4 6 ਬੰਦਿਆਂ ਦੇ ਨਾਂ ਲਿਖੇ ਨੇ। ਉਹਨਾਂ ਆਖਿਆ ਮੇਬੀ ਉਹਨੇ ਪੜਾਇਆ, ਮੇਬੀ ਉਹਨੇ ਪੜਾਇਆ, ਮੇਬੀ ਉਹਦੇ ਚਾਚੇ ਨੇ ਪੜਾਇਆ। ਮੈਂ ਪੂਰੀ ਤਾਰੀਖ ਸੁਣਾਈ ਹਲੇ। ਅਗਲੀ ਗੱਲ ਤੇ ਸੁਣ ਲਓ ਨਾ, ਅਗਲੀ ਗੱਲ ਸੁਣ ਲਓ। ਤੇ ਜਿਹੜਾ ਇਹ ਜ਼ਿਆਦਾਤਰ ਮੇਨ ਸਟ੍ਰੀਮ ਮੰਨਦੇ ਨੇ, ਉਹ ਇਹ ਮੰਨਦੇ ਨੇ ਕਿ ਉਹ ਵਰਕਾ ਬਿਨ ਨੌਫਲ ਨੇ ਕ੍ਰਿਸਚਨ ਐਕਟ ਦੇ ਮੁਤਾਬਕ ਪੜਾਇਆ ਸੀ। ਤੇ ਉਹਦੇ ਬਾਅਦ ਜਿਹੜਾ ਸੈਕਿੰਡ ਮੰਨਿਆ ਜਾਂਦਾ ਹੈ ਨਾ, ਉਹ ਮੰਨਿਆ ਜਾਂਦਾ ਉਹਨਾਂ ਦੇ ਦਾਦਾ ਜੀ ਦਾ, ਤੇ ਉਹ ਉਸ ਮੁਤਾਬਕ ਪੜਿਆ ਜਾਂਦਾ, ਕਿਉਂਕਿ ਉਹ ਜਿਹੜਾ ਹਬਲ ਦੇਵਤਾ ਸੀ ਉਹ ਉਹਨੂੰ ਮੰਨਣ ਵਾਲੇ ਸਨ, ਜਿਹਦੇ ਨਾਂ ਦੇ ਉੱਤੇ ਹਬਲ ਟੈਲੀਸਕੋਪ ਵੀ ਸੀ। ਤੇ ਸੈਕਿੰਡ ਜਿਹੜਾ ਮੰਨਿਆ ਜਾਂਦਾ ਸਭ ਤੋਂ ਜਿਹੜਾ ਕਹਿ ਲਓ ਕਿ ਹੋ ਗਿਆ ਜੇ ਖੁਦਾ ਦਾ ਨਾਮ ਕੀ ਚਲੋ। ਐਨੀਵੇ ਮੇਰੀ ਨਮਾਜ਼ ਦਾ ਟਾਈਮ ਹੈ, ਫਿਰ ਤੁਹਾਡੇ ਨਾਲ ਇਹਨਾਂ ਨੇ ਹਦੀਸਾਂ ਦੇ ਨਾਲ ਲਿਖ ਲਓ, ਹਦੀਸਾਂ ਪੜ੍ਹ ਕੇ ਜਾ ਨਮਾਜ਼ ਦਾ ਨਹੀਂ, ਮੁਸ਼ਰਿਕੀਨ ਦੀ ਇਬਾਦਤ ਦਾ ਟਾਈਮ ਹੋ ਗਿਆ। ਮੁਸ਼ਰਿਕੀਨ ਮੱਕਾ ਦੀ, ਮੁਸ਼ਰਿਕੀਨ ਲੱਭੋ ਤੁਸੀਂ। ਮੁਸ਼ਰਿਕੀਨ ਮੱਕਾ ਦੀ ਉਹ ਨਾ ਹਬਲ ਯਾਰ ਮੈਨੂੰ ਤੇ ਪੂਰੀ ਕਰ ਦਿਓ। ਜੋਈ ਸਾਹਿਬ ਦਾ ਕਨਸੈਪਟ ਤੁਹਾਡੇ ਚ ਹੈ ਨਹੀਂ ਕਿਸੇ ਨੂੰ। ਲੈ ਖੁਦਾ ਹੁਣ ਮੁਸ਼ਰਿਕੀਨ ਦਾ ਖੁਦਾ ਹੈ, ਹੁਣ ਅਸੀਂ ਕੀ ਕਰੀਏ? ਖੁਦਾ ਲੱਭਦੇ ਹੋ, ਖੁਦਾ ਨੂੰ ਲੱਭ ਤੁਸੀਂ ਨਹੀਂ ਪਹੁੰਚ ਸਕਦੇ। ਨਹੀਂ ਅਸੀਂ ਕਿਵੇਂ ਪਹੁੰਚਣਾ? ਤੁਸੀਂ ਪਹੁੰਚ ਗਏ ਹੋ, ਤੁਸੀਂ ਪਹੁੰਚੇ ਹੋ। ਅੱਛਾ ਚਲੋ ਚੌਧਰੀ ਸਾਹਿਬ ਤੁਸੀਂ ਦੱਸੋ, ਤੁਸੀਂ ਪਹੁੰਚੇ ਹੋ? ਅੱਛਾ ਦੱਸ ਦੇ। ਅੱਛਾ ਮੈਨੂੰ ਤੇ ਦੱਸ ਦੇ ਜਾਓ, ਮੈਨੂੰ ਖੁਦਾ ਨਾਲ ਬੜੀ ਦਿਲਚਸਪੀ ਹੈ, ਮੈਨੂੰ ਤੇ ਦੱਸ ਦੇ ਜਾਓ। ਇਹ ਇੱਕ ਬਲੀਵ ਹੈਗਾ। ਨਹੀਂ ਤੁਸੀਂ ਕਦੀ ਖੁਦਾ ਤਾਈਂ ਪਹੁੰਚੇ ਹੋ? ਅੱਛਾ ਚੌਧਰੀ ਸਾਹਿਬ ਇੰਨੀਆਂ ਨਮਾਜ਼ਾਂ ਜੋ ਪੜੀਆਂ, ਕਦੀ ਖੁਦਾ ਤੱਕ ਪਹੁੰਚੇ ਹੋ? ਸੁਣ ਲੈ ਜਿਹੜਾ ਖੁਦਾ ਹੈ ਨਾ ਉਹ ਅਨਸੀਨ ਹੈ। ਮੈਂ ਪੁੱਛਿਆ ਖੁਦਾ ਤੱਕ ਪਹੁੰਚੇ ਨਹੀਂ ਇੰਨੀਆਂ ਨਮਾਜ਼ਾਂ ਪੜ੍ਹ ਕੇ? 2 ਮਿੰਟ ਚੁੱਪ ਹੋਇਆ। ਹਾਂ, ਖੁਦਾ ਜਿਹੜਾ ਹੈ ਨਾ ਰੱਬ, ਉਹ ਅਨਸੀਨ ਹੈ, ਉਹਨੂੰ ਕੋਈ ਨਹੀਂ ਦੇ ਅੱਲਾਹ ਦੇ ਨਬੀ ਨੇ ਵੇਖਿਆ ਸੀ ਖੁਦਾ ਨੂੰ। 2 ਮਿੰਟ ਚੁੱਪ ਹੋਇਆ, ਮੈਨੂੰ 2 ਮਿੰਟ ਦੇ ਦੇ। ਜਿਹੜਾ ਖੁਦਾ ਹੈ ਨਾ ਉਹ ਅਨਸੀਨ ਹੈ, ਉਹਨੂੰ ਕੋਈ ਨਹੀਂ ਦੇਖ ਸਕਦਾ। ਉਹਦੀਆਂ ਨਿਸ਼ਾਨੀਆਂ ਨੇ ਹਰ ਚੀਜ਼ ਚ, ਕੁਦਰਤ ਚ ਤੂੰ ਦੇਖੇਗਾ। ਇੱਕ ਫਲ, ਇੱਕ ਤੁਸੀਂ ਬੀਜ ਲਾਉਂਦੇ ਹੋ ਜ਼ਮੀਨ ਵਿੱਚ, ਉਹਦੇ ਜੋ ਐਡਾ ਵੱਡਾ ਪੌਦਾ ਨਿਕਲਦਾ, ਠੀਕ ਹੈ ਨਾ, ਉਹਦੇ ਤੋਂ ਕਿੰਨੇ ਜਿਹੜੇ ਨਾ ਫਰੂਟ ਨਿਕਲਦੇ ਨੇ, ਕਿੰਨੀ ਵੈਜੀਟੇਬਲ ਨਿਕਲਦੇ, ਫਿਰ ਨਵੇਂ ਬੀਜ ਨਿਕਲਦੇ ਨੇ। ਭਰਾਵਾ ਇਹ ਸਭ ਕੁਝ ਅੱਜ ਸਾਇੰਸ ਕਰਦੀ ਆ ਪਈ, ਇਹ ਸਭ ਕੁਝ ਅੱਜ ਗ੍ਰੀਨ ਰੂਮਸ ਦੇ ਵਿੱਚ ਹੋ ਜਾਂਦਾ ਹੀ। ਅੱਛਾ, ਬੀਜ ਤੋਂ ਬਗੈਰ ਕੋਈ ਬਣਾ ਕੇ ਦਿਖਾ, ਇੱਕ ਮੱਖੀ ਵੀ ਨਹੀਂ ਬਣਾ ਸਕਦੇ। ਜਿਨ ਪੂਰੇ ਆਪਣੇ ਜੇ ਅਗਰ ਸਾਇੰਸ ਨੇ ਆਪਣੇ ਪੂਰੇ ਸਾਇੰਸ ਸੁਣੇ ਮੇਰੀ ਗੱਲ ਤੇ ਯਾਰ ਅੱਲਾਹ ਸਾਹਿਬ ਨੇ ਚੌਧਰੀ ਸਾਹਿਬ ਤੁਹਾਡੇ ਕੋਲ ਪੁੱਛਿਆ ਹੈ ਕਿ ਅੱਲਾਹ ਦੇ ਨਬੀ ਨੇ ਮੁਹੰਮਦ ਨੇ ਅੱਲਾਹ ਨੂੰ ਵੇਖਿਆ ਕਿ ਨਹੀਂ? ਇਹਦਾ ਜਵਾਬ ਦਿਓ। ਲਾਮਾ ਸਾਹਿਬ ਨੇ ਤੁਹਾਨੂੰ ਛੋਟਾ ਜਿਹਾ ਕੁਐਸਚਨ ਕੀਤਾ, ਇਹਦਾ ਜਵਾਬ ਦਿਓ। ਅੱਛਾ, ਅੱਲਾਹ ਦੇ 2 ਸੱਜੇ ਹੱਥ ਕਿਸ ਤਰ੍ਹਾਂ ਅੱਲਾਹ ਦੇ ਨਬੀ ਨੂੰ ਪਤਾ ਲੱਗਾ ਸੀ ਕਿ ਖੱਬਾ ਹੱਥ ਕੋਈ ਨਹੀਂ ਹੈਗਾ ਤੇ 2 ਸੱਜੇ ਹੱਥ ਨੇ? ਅੱਜ ਮੈਂ ਇੱਕ ਹੋਰ ਗੱਲ ਇੱਥੇ ਕਰ ਚੱਲੀ ਆ ਬਈ, ਸਾਰੇ ਸੁਣ ਲਓ। ਗੱਲ ਇਹ ਵੇ ਹਜ਼ਰਤ ਮੁਹੰਮਦ ਨਾਲ ਬਹੁਤ ਜ਼ਿਆਦਤੀ ਹੋਈ ਹੈ ਮੇਰੇ ਖਿਆਲ 'ਚ। ਉਹ ਇਸ ਵਾਸਤੇ ਕਿ ਨਾ ਤੇ ਹਜ਼ਰਤ ਮੁਹੰਮਦ ਪੜ੍ਹੇ ਲਿਖੇ ਸਨ, ਆ ਕੇ ਫਰਿਸ਼ਤੇ ਨੇ ਸਿਰ ਖਾਦਾ,
ਉਹ ਵੀ ਜਿਵੇਂ ਉਹ ਲਿਖੀਆਂ ਗਈਆਂ ਸਨ ਗੱਲ ਸੁਣ ਲੈ 10 ਕਮਾਂਡਮੈਂਟ ਤਖਤੀ ਤੇ ਲਿਖ ਕੇ ਦੇਤੀਆਂ ਅੱਲਾ ਨੇ ਉਹ 10 ਕਮਾਂਡਮੈਂਟਸ ਜਿਹੜੀਆਂ ਨੇ ਨਾ ਹਜ਼ਰਤ ਮੂਸਾ ਨੂੰ ਤਖਤੀਆਂ ਤੇ ਲਿਖ ਕੇ 2 ਤਖਤੀਆਂ ਤੇ ਲਿਖ ਕੇ ਦੇ ਦਿੱਤੀਆਂ ਤੇ ਅੱਲਾ ਪੂਰਾ ਅੱਲਾ ਨੇ ਏਡਾ ਨਬੀ ਬਣਾਇਆ ਏਡਾ ਵੱਡਾ ਨਬੀ ਬਣਾਇਆ ਉਹਨੂੰ ਕਿਸੇ ਤਖਤੀਆਂ ਤੇ ਲਿਖ ਕੇ ਕੁਰਾਨ ਭੇਜ ਦਿੰਦਾ ਕੀ ਹੋ ਜਾਣਾ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪੜ੍ਹੇ ਲਿਖੇ ਨਹੀਂ ਸੀ ਤੇ ਅੱਲਾ ਦਾ ਕੰਮ ਹੈ ਨਾ ਤਖਤੀਆਂ ਤੇ ਲਿਖ ਕੇ ਥੱਲੇ ਭੇਜ ਦਿੰਦਾ ਮਾਡਰਨ ਸਾਇੰਸ 'ਚ ਹਰ ਅੱਲਾ ਦਾ ਕੰਮ ਸੀ ਤਖਤੀਆਂ ਤੇ ਲਿਖ ਕੇ ਥੱਲੇ ਭੇਜ ਦਿੰਦਾ ਅੱਲਾ ਕੋਲ ਕਿਹੜੀ ਕੰਮ ਹੈ ਜਿਹੜਾ ਇੰਪੋਸੀਬਲ ਹੈ ਕੁਰਾਨ 'ਚ ਤੁਹਾਡੇ ਲਈ ਉਸਮਾਨ ਤੀਕਰ ਸੀਰੀਆ ਵੀ ਮਿਲ ਜਾਣਾ ਉਹ ਚੌਧਰੀ ਸਾਹਿਬ ਪਹਿਲਾ ਕਮਾਲ ਨਹੀਂ ਹੋਇਆ ਤੇ ਬਾਕੀ ਕਮਾਲ ਕਿੱਥੋਂ ਹੋਣੇ ਨੇ ਉਹ ਬੱਚਾ ਹੀ ਨਹੀਂ ਜੰਮਿਆ ਤੇ ਵੱਡਾ ਕਿੱਥੋਂ ਹੋਣਾ ਹੈ ਉਹ ਜੰਮਿਆ ਹੀ ਨਹੀਂ ਮੈਂ ਇਹ ਕਹਿ ਰਹੀ ਹਾਂ ਤੁਸੀਂ ਉਹਨੂੰ ਵੱਡਾ ਕੀਤੀ ਜਾਂਦੇ ਹੋ ਚਲੋ ਤੁਸੀਂ ਨਹੀਂ ਮੰਨਣਾ ਤੇ ਮੈਂ ਕੀ ਮੰਨਾਂ ਮੈਨੂੰ ਦੱਸੋ ਮੂਸਾ ਨੂੰ ਕਿਉਂ ਦਿੱਤੀਆਂ ਨਾ ਮੈਂ ਤੇ ਮੁਕਾਬਲਾ ਲਾਵਾਂਗੀ ਮੂਸਾ ਨੂੰ ਕਿਉਂ ਦਿੱਤੀਆਂ ਤਖਤੀਆਂ ਤੇ ਲਿਖ ਕੇ ਕਿਉਂ ਦਿੱਤਾ ਦੱਸੋ ਚਲੋ ਨਬੀ ਤੁਹਾਡਾ ਅਫਜ਼ਲ ਪੜਨਾ ਉਸ ਵਿਚਾਰੇ ਨੂੰ ਨਹੀਂ ਸੀ ਆਂਦਾ ਤੇ ਤੁਸੀਂ ਪੜ ਕੇ ਉਹਨੂੰ ਜੀ ਚੱਲ ਤੂੰ ਸ਼ੁਰੂ ਹੋ ਜਾ ਇਕਰਾ ਬਿਸਮੀ ਚੱਲ ਸ਼ੁਰੂ ਹੋ ਜਾ ਇਹ ਕਰ ਲਾ ਕੁਰਾਨ ਪੂਰਾ ਲਿਖ ਕੇ ਨਹੀਂ ਦੇ ਕੇ ਗਏ ਉਹਦਾ ਨਬੀ ਵਿਚਾਰੇ ਦਾ ਕੀ ਕਸੂਰ ਉਹ ਪੜ੍ਹੇ ਲਿਖਿਆ ਹੀ ਕੋਈ ਨਹੀਂ ਮਾਡਰਨ ਸਾਇੰਸ ਦੇ ਨਾਲ ਕੁਰਾਨ ਦੇ ਵਿੱਚ ਸਾਇੰਸ ਉਹ ਫਿੱਟੇ ਮੂੰਹ ਮਾਡਰਨ ਸਾਇੰਸ ਦਾ ਮੈਂ ਕਹਿਣ ਦਈ ਆ ਹਜ਼ਰਤ ਮੂਸਾ ਨੂੰ ਤਖਤੀਆਂ ਤੇ ਲਿਖ ਕੇ ਦੇ ਦਿੱਤਾ ਤੇ ਕੁਰਾਨ ਕਿਉਂ ਨਹੀਂ ਤਖਤੀਆਂ ਤੇ ਘੱਲਿਆ ਅੱਲਾ ਨੇ ਹੱਦ ਹੋ ਗਈ ਏ ਗੱਲ ਸੁਣ ਅੰਨਾ ਕੁਰਾਨ ਐਡਾ ਵੱਡਾ ਮੈਨੂੰ ਇਹਨਾਂ ਸਿਰ ਹੀ ਨਾ ਖਪਾਣਾ ਪੈਂਦਾ ਤਖਤੀਆਂ ਹੁੰਦੀਆਂ ਮੈਂ ਉੱਥੋਂ ਪੜ੍ਹ ਲੈਣਾ ਸੀ ਚੁੱਕ ਕੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਮੌਜਜ਼ਾ ਹੈ ਹੀ ਕੁਰਾਨ ਅੰਦੇ ਚ ਅੰਨੇ ਸਾਇੰਸ ਉਹ ਤਾਂ ਹੁੰਦਾ ਜੇ ਹੁੰਦੀ ਕੋਈ ਕਿਤਾਬ ਮੌਜਜ਼ਾ ਤਾਂ ਹੁੰਦਾ ਮੌਜਜ਼ਾ ਤਾਂ ਹੁੰਦਾ ਜੇ ਤਖਤੀਆਂ ਤੇ ਲਿਖਿਆ ਅੱਲਾ ਸਾਈਂ ਭੇਜ ਦਿੰਦਾ ਜੇ ਤਖਤੀਆਂ ਤੇ ਲਿਖ ਕੇ ਦੇ ਹੱਥ 'ਚ ਫੜਾ ਦਿੰਦਾ ਕਹਿੰਦੇ ਨਾ ਤੇ ਤੁਸੀਂ ਫੇਰ ਵੀ ਨਹੀਂ ਸੀ ਮੰਨਣਾ ਇਹ ਵੀ ਕਿਹੜਾ ਕੁਰਾਨ ਭਾਈ ਹਫਜ਼ ਕੁਰਾਨ ਜਾਂ ਵਰਸ਼ ਕੁਰਾਨ ਕਿਉਂ ਨਹੀਂ ਸੀ ਮੰਨਣਾ ਤਖਤੀਆਂ ਤੇ ਲਿਖ ਕੇ ਜਿਬਰਾਈਲ ਹਰ ਵਾਰੀ ਤਖਤੀ ਤੇ ਲਿਖ ਕੇ ਲੈ ਆਉਂਦਾ ਜਿਬਰਾਈਲ ਨੂੰ ਕੀ ਤਕਲੀਫ ਸੀਗੀ ਫੇਰ ਵੀ ਨਹੀਂ ਸੀ ਮੰਨਣਾ ਫਰਿਸ਼ਤੇ ਵੀ ਮੰਨਣਾ ਸੀ ਕਿਉਂ ਨਹੀਂ ਸੀ ਮੰਨਣਾ ਕੌਣ ਅੰਨਾ ਹੈ ਕੋਈ ਕਿਹੜਾ ਕੁਰਾਨ ਭਾਈ ਜਿਹੜੀ ਤਖਤੀ ਅੱਲਾ ਨੇ ਘੱਲਣੀ ਸੀ ਉਹ ਜ਼ਮੀਨ ਤੇ ਨਹੀਂ ਗੱਲ ਸੁਣੋ ਅੱਲਾ ਦੀ ਪੂਰੀ ਕਾਇਨਾਤ ਹੈ ਅੱਲਾ ਕਿਤੋਂ ਹੋਰ ਤੋਂ ਲੱਕੜ ਚੁੱਕ ਕੇ ਤੇ ਉਹਦੇ ਤੇ ਲਿਖ ਕੇ ਇੱਥੇ ਭੇਜਦਾ ਜ਼ਮੀਨ ਵਾਲਿਆਂ ਨੂੰ ਪਤਾ ਨਹੀਂ ਸੀ ਲੱਗਣਾ ਕਿਹੜੀ ਚੀਜ਼ ਤੇ ਲਿਖਿਆ ਆ ਗਿਆ ਹਾਂ ਕੌਣ ਨਹੀਂ ਪਹੁੰਚੇਗਾ ਜਿਹੜਾ ਅੰਦਰ ਲਈ ਸਟਰਗਲ ਕਰੇਗਾ ਕੋਸ਼ਿਸ਼ ਕਰੇਗਾ ਨਾ ਚੋਈ ਸਾਹਿਬ ਅੱਲਾ ਨੇ ਨਾ ਕਿਸੇ ਕੰਮ ਦਾ ਛੱਡਿਆ ਹੀ ਨਹੀਂ ਸਾਨੂੰ ਅੱਲਾ ਨੇ ਸਾਡਾ ਬੇੜਾ ਗਰਕ ਕਰ ਛੜਿਆ ਨਾ ਅੱਲਾ ਨੇ ਸਾਰਾ ਕਸੂਰ ਤੁਹਾਡੇ ਅੱਲਾ ਦਾ ਸਾਰਾ ਕਸੂਰ ਭਾਜੀ ਤੁਹਾਡਾ ਹੈਗਾ ਨਾ ਮੇਰਾ ਕਿਉਂ ਹੈ ਅੱਲਾ ਨੇ ਕਿੱਥੇ ਲਿਖ ਕੇ ਦਿੱਤਾ ਕੁਰਾਨ ਤਖਤੀਆਂ ਤੇ ਕਿਤੇ ਲਿਖਿਆ ਕੁਰਾਨ ਤੁਹਾਡੇ ਸਾਹਮਣੇ ਪਿਆ ਹੈ ਤੁਹਾਡੇ ਕੋਲ ਹਰ ਚੀਜ਼ ਹੈ ਅੱਲਾ ਕੋਲ ਮਟੀਰੀਅਲ ਦੀ ਕਮੀ ਹੈ ਤੁਹਾਨੂੰ ਮਿਲ ਗਿਆ ਨਾ ਜੋ ਸਭ ਨਾ ਇਹਦੇ ਤੇ ਕਈ ਵਰਜਨ ਨੇ ਮੈਨੂੰ ਕੀ ਪਤਾ ਉਹ ਪਹਿਲੀ ਵਾਰੀ ਉਸਮਾਨ ਨੇ ਸਾੜਿਆ ਗੱਲ ਸੁਣੋ ਕਿਤਾਬ ਲਿਖੀ ਨਹੀਂ ਗਈ ਉਸ ਤੋਂ ਬਾਅਦ ਜੀ ਰਹੀ ਕਈ ਕਸਰ ਉਸਮਾਨ ਨੇ ਸਾੜ ਕੇ ਪੂਰੀ ਕਰਤੀ ਉਸ ਤੋਂ ਬਾਅਦ ਬਾਕੀਆਂ ਦਾ ਐ ਬੈਠੇ ਨੇ ਮਿਸਰੀ ਤੇ ਅਰਬੀ ਨਾ ਰਲ ਕੇ ਬੇੜਾ ਗਰਕ ਕਰਤਾ ਐਨੇ ਉਹਦੇ ਵਰਜਨ ਫਿਰਦੇ ਨੇ ਮੈਂ ਕਿਉਂ ਯਕੀਨ ਕਰਾਂ ਇਹਦੀ ਕਿਤਾਬ ਤੇ ਉਹ ਬਈ ਮੈਂ ਕਿਉਂ ਯਕੀਨ ਕਰਾਂ ਮੈਨੂੰ ਕੀ ਪਤਾ ਕਿਨੇ ਕੀ ਚੁੱਕ ਕੇ ਤੇ ਕੀ ਵੱਡਿਆ ਕੀ ਕਟਿਆ ਹੈ ਕੁਰਾਨ ਚ ਕਹੇ ਤੇ ਹਮ ਉਹ ਆਇਤ ਜੋ ਮਰਜ਼ੀ ਕਰੇ ਹਕੀਕਤ ਦਾ ਮੈਂ ਤੇ ਵੇਖਣਾ ਨਾ ਕੀ ਹੁੰਦੇ ਹਕੀਕਤ ਚ ਤੇ ਨਾ ਜੋ ਸਭ ਹਕੀਕਤ ਚ ਕੁਰਾਨ ਦਾ ਇੱਕ ਵਰਜਨ ਪੂਰੀ ਦੁਨੀਆ ਤੇ ਹੈ ਹੀ ਨਹੀਂ ਤੁਹਾਡੇ ਦਿਲਾਂ ਤੇ ਨਹੀਂ ਉਤਰ ਸਕਦਾ ਕਿਉਂਕਿ ਦਿਲਾਂ ਤੇ ਉਹ ਜਿਹਦੇ ਦਿਲ ਤੇ ਲਾਣਾ ਸੀ ਉਹ ਤੇ ਦੇ ਕੇ ਨਹੀਂ ਗਿਆ ਹੱਦ ਹੋ ਗਈ ਜਿਹਦੇ ਦਿਲ ਤੇ ਦਾਣਾ ਸੀ ਉਹ ਤੇ ਦੇ ਕੇ ਨਹੀਂ ਗਿਆ ਮੇਰੀ ਤੇ ਡਿਮਾਂਡ ਹੀ ਬੜੀ ਸਾਦਾ ਜਿਹੀ ਹੈ ਤੁਹਾਡੀ ਡਿਮਾਂਡ ਹੈਗੀ ਮੇਰੀ ਕੋਈ ਏਡੀ ਵੱਡੀ ਡਿਮਾਂਡ ਹੀ ਨਹੀਂਗੀ ਚੋਈ ਸਾਹਿਬ ਮੈਂ ਤੇ ਕਹਿ ਰਹੀ ਹਾਂ ਕਿ ਜਿਹੜਾ ਅੱਲਾ ਹੈ ਨਾ ਜਿਹੜਾ ਅੱਲਾ ਹੈ ਉਹਨੇ ਜ਼ਿਆਦਤੀ ਕੀਤੀ ਹੈ ਪਹਿਲੋਂ ਹਜ਼ਰਤ ਮੁਹੰਮਦ ਨਾਲ ਉਸ ਤੋਂ ਬਾਅਦ ਸਾਡੇ ਨਾਲ ਸੌਰੀ ਇਹ ਫਰਿਸ਼ਤੇ ਆ ਕੇ ਤੁਹਾਨੂੰ ਜਿਹੜਾ ਹੈ ਨਾ ਕੁਰਾਨ ਨਾ ਮੈਂ ਡਿਮਾਂਡ ਨਹੀਂ ਕੀਤੀ ਗਲਤ ਗੱਲ ਨਾ ਆਪਣੀਆਂ ਗੱਲਾਂ ਮੇਰੇ ਮੂੰਹ ਚ ਪਾਉਂਦੇ ਹੋਏ ਨਹੀਂ ਤੁਸੀਂ ਆਪਣੀਆਂ ਗੱਲਾਂ ਮੇਰੇ ਮੂੰਹ ਚ ਕਿਉਂ ਪਾ ਰਹੇ ਹੋ ਮੈਂ ਇਹ ਡਿਮਾਂਡ ਨਹੀਂ ਕੀਤੀ ਤੁਹਾਡੀ ਡਿਮਾਂਡ ਹੈ ਕਿਉਂਕਿ ਮੇਰੀ ਇਹ ਡਿਮਾਂਡ ਹੈ ਕਿ ਜੇ ਮੂਸਾ ਨੂੰ ਤਖਤੀ ਤੇ ਲਿਖ ਕੇ ਦੇ ਸਕਦਾ ਸੀ ਅੱਲਾ 10 ਕਮਾਂਡਮੈਂਟਸ ਤੇ ਫਿਰ ਸਾਡੀ ਵਾਰੀ ਤਖਤੀ ਅੱਲਾ ਕੋਲ ਕੋਈ ਨਹੀਂ ਸੀ ਹੈਗੀ ਜਾਂ ਅੱਲਾ ਦਾ ਦਿਲ ਨਹੀਂ ਕੀਤਾ ਕਿ ਤੁਹਾਨੂੰ ਕਿਤਾਬ ਬਣਾ ਕੇ ਦੇ ਦਿੰਦਾ ਤੁਹਾਨੂੰ ਕਿਤਾਬ ਆ ਚੁੱਕੀ ਹੈ ਯਕੀਨ ਕਿਹੜੀ ਕਿਤਾਬ ਮੈਨੂੰ ਕੀ ਪਤਾ ਕਿੰਨੇ ਕੀ ਛਾਪੇ ਖਾਨਿਆਂ 'ਚ ਕੀ ਛਾਪਿਆ ਹੈ ਤੇ ਕਿੰਨੇ ਕੀ ਵਿੱਚੋਂ ਕੱਢਿਆ ਹੈ ਬਲੀਵ ਹੈਗਾ ਨਾ ਫਿਰ ਇਹੀ ਤਾਂ ਨਹੀਂ ਬਲੀਵ ਕੀ ਮਤਲਬ ਜਦੋਂ ਹਜ਼ਰਤ ਮੁਹੰਮਦ ਦੀ ਜ਼ਿੰਦਗੀ 'ਚ ਕੁਰਾਨ ਛਪਿਆ ਸੀ ਕਿਤਾਬੀ ਸ਼ਕਲ 'ਚ ਕਿਤਾਬੀ ਸ਼ਕਲ ਚ ਨਹੀਂ ਸੀਗਾ ਲੇਕਿਨ ਬਾਬਾ ਗੱਲ ਮੁੱਕ ਗਈ ਜੋ ਸਾਹਿਬ ਤੁਸੀਂ ਮੇਰੀ ਹਰ ਗੱਲ ਤੇ ਮੋਹਰ ਆਪ ਲਾਉਂਦੇ ਜੀ ਤੇ ਫਿਰ ਆਂਦੇ ਜੀ ਮੈਂ ਮੁਕਰ ਮੈਂ ਨਹੀਂ ਮੰਨਦਾ ਸੀ ਅਲੱਗ ਤੇ ਨਬੀ ਹਜ਼ਰਤ ਉਸਮਾਨ ਅਲੱਗ ਕੀ ਹੁੰਦਾ ਹੈ ਅਲੱਗ ਜੋ ਸਾਹਿਬ ਉਹ ਤਾਂ ਬੱਕਰੀ ਵੀ ਖਾ ਗਈ ਸੀ ਫਿਰ ਤੇ ਹਜ਼ਰਤ ਆਇਸ਼ਾ ਦੀ ਹਦੀਸ ਹੈ ਬੱਕਰੀ ਵੀ ਖਾ ਗਈ ਸੀ ਆਇਤਾਂ ਦੇ ਵਿੱਚ ਸਾਫ਼ ਆਇਤ ਹੈਗੀ ਹੈ ਕਿ ਹਮਨੇ ਹੀ ਆਇਤ ਹੋਵੇ ਜਾਂ ਨਾ ਹੋਵੇ ਉਹ ਜਿਹੜਾ ਬੱਕਰੀ ਖਾ ਗਈ ਸੀ ਉਹਦਾ ਮੈਂ ਕੀ ਕਰਾਂ ਫਿਰ ਜਿਹੜਾ ਉਸਮਾਨ ਨੇ ਸਾੜ ਦਿੱਤਾ ਮੈਂ ਉਹਦਾ ਕੀ ਕਰਾਂ ਨਾਲ ਬਹਿਸ ਨਹੀਂ ਕਰਨੀ ਨਹੀਂ ਤੇ ਜਿਹੜਾ ਹਜ਼ਰਤ ਉਸਮਾਨ ਨੇ ਕਿਉਂ ਸਾੜਿਆ ਕਿਉਂ ਗੁਸਤਾਖੀ ਕੀਤੀ ਹਜ਼ਰਤ ਉਸਮਾਨ ਨੇ ਕਿਉਂ ਗੁਸਤਾਖੀ ਕੀਤੀ ਉਹਨਾਂ ਨੇ ਜਿਹੜਾ ਹੈ ਨਾ ਪਹਿਲਾ ਜਿਹੜਾ ਹੈ ਨਾ ਕੁਰਾਨ ਉਹ ਡਿਫਰੈਂਟ ਜਿਹੜਾ ਹੈ ਨਾ ਅਰਬੀ ਦੇ ਦੋ ਗੱਲ ਸੁਣੋ ਕੁਰਾਨ ਨੂੰ ਅੱਗ ਲਾਣਾ ਗੁਸਤਾਖੀ ਹੈ ਹਜ਼ਰਤ ਉਸਮਾਨ ਨੇ ਗੁਸਤਾਖੀ ਕਿਉਂ ਕੀਤੀ ਕੁਰਾਨ ਨੂੰ ਜਿਹੜਾ ਹੈ ਨਾ ਜੋ ਸਾਹਿਬ ਕਿਸੇ ਗੱਲ ਤੇ ਮੰਨ ਜੋ ਤੁਹਾਨੂੰ ਅੱਲਾ ਤੁਹਾਡੇ ਅੱਲਾ ਦਾ ਵਾਸਤਾ ਕਿਸੇ ਗੱਲ ਤੇ ਸਟੈਂਡ ਲੈ ਲਓ
ਕਿਸੇ ਗੱਲ ਤੇ ਲੈ ਲਓ। ਤੁਹਾਨੂੰ ਵੱਡੇ ਕੁਰਾਨ ਦਾ ਵਾਸਤਾ ਜੇ, ਕਿਸੇ ਗੱਲ ਤੇ ਸਟੈਂਡ ਲਵੋ ਤੁਸੀਂ। ਇਹਨਾਂ ਨਾਲੋਂ ਵੱਡੀ ਗੁਸਤਾਖੀ ਹਜ਼ਰਤ ਉਸਮਾਨ ਨੇ ਕੁਰਾਨ ਦੀ ਕੀਤੀ ਹੈ। ਇੱਥੇ ਮਾੜਾ ਜਿਹਾ ਕੋਈ ਵਰਕਾ, ਕੋਈ ਕ੍ਰਿਸਚੀਅਨ ਕਿਸੇ ਵਿਚਾਰੇ ਦੇ ਭਾਵੇਂ ਕੂੜੇ 'ਚ ਉੱਡ ਕੇ ਆ ਗਿਆ ਹੋਵੇ ਤੇ ਤੁਸੀਂ ਬੰਦਾ ਸਾੜ ਦਿੰਦੇ ਜੇ ਤੇ ਅੱਗ ਲਾ ਦਿੰਦੇ ਜੇ ਉਸ ਕ੍ਰਿਸਚੀਅਨ ਨੂੰ, ਆਂਦੇ ਜੇ ਹਾਂ ਇਹ ਤੇਰੇ ਕੋਲ ਇਹ ਵਰਕਾ ਵੀ ਕਿਉਂ ਨਿਕਲਿਆ ਕਿਸੇ ਨੂੰ ਐਵੇਂ ਕਿਉਂ ਨਾ, ਤੇ ਕਿਉਂ ਸਾੜਦੇ ਨਹੀਂ ਜੇ? ਅਗਲੇ ਦਿਨ ਸਾੜਿਆ ਤੁਸੀਂ ਹਲੇ ਤੇ ਉਸਮਾਨ ਨੂੰ ਅੱਗ ਲਾਣੀ ਸੀ ਤੇ ਉਸਮਾਨ ਨੂੰ ਲਾਣੀ ਸੀ। ਪਹਿਲੋਂ ਅੱਗ ਲਾਣੀ ਸੀ ਨਾ, ਤੇ ਸਾਰੇ ਮੂਮਨ ਪਹਿਲੋਂ ਰਲ ਕੇ ਉਸਮਾਨ ਨੂੰ ਲਾਂਦੇ। ਤੇ ਕੇਅਰ ਮੇਰੀ ਨਮਾਜ਼ ਦਾ ਟਾਈਮ ਲੰਘ ਰਿਹਾ, ਮੈਂ ਬਹਿਸ ਨਹੀਂ ਵੈਰੀ ਗੁੱਡ, ਵੀ ਤੁਹਾਡੀਆਂ ਨਮਾਜ਼ਾਂ ਸਾਡੇ ਗਲ ਪੈ ਗਈਆਂ ਨੇ, ਅਸੀਂ ਕੀ ਕਰੀਏ? ਹੱਦ ਹੋ ਗਈ ਏ। ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਚੋਈ ਸਾਹਿਬ ਮੈਂ ਜਦੋਂ ਆਨੀ ਹੈ ਚੋਈ ਸਾਹਿਬ ਖਿਸਕ ਹੀ ਜਾਂਦੇ ਨੇ, ਸਾਰੀ ਗੱਲਾਂ ਹਾਂ ਕਰਕੇ ਤੇ ਅਖੀਰ ਤੇ ਸਲਾਮ ਅਲੈਕਮ, ਮੈਂ ਚੱਲਾ, ਮੇਰੀ ਨਮਾਜ਼ ਦਾ ਟਾਈਮ ਹੋ ਗਿਆ। ਚੋਈ ਸਾਹਿਬ ਤੁਸੀਂ ਵੀ ਸਹੀ ਡਰਾਮਾ ਇਨਸਾਨ ਹੋ। ਕੱਲੇ ਬਹਿ ਕੇ ਨਾ ਕਦੀ ਅੱਲਾ ਨਾਲ ਗੱਲਾਂ ਕਰ ਲਿਓ ਤੇ ਕੋਈ 2-4 ਗੱਲਾਂ ਤੁਹਾਨੂੰ ਅੱਲਾ ਮੀਆਂ ਜਵਾਬ ਦੇ ਦੇ ਤੇ ਮੈਨੂੰ ਵੀ ਦੱਸ ਜਾਇਓ ਆ ਕੇ। ਕਮ ਸੇ ਕਮ ਕੋਈ ਇੱਕ ਬੰਦਾ ਤੇ ਦੱਸੇ ਉਹਨੂੰ ਅੱਲਾ ਮਿਲਿਆ ਸੀ। ਐਵੇਂ ਟੱਕਰਾਂ ਮਾਰ ਕੇ ਪਾਗਲ ਪਏ ਹੁੰਦੇ ਹੋ। ਹੁਣ ਵੇਖੋ ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਹੈ ਹੀ ਕੋਈ ਨਹੀਂ। ਕੋਈ 10 ਸਵਾਲ ਕਰੋ ਤੇ ਇੱਕ ਦਾ ਤੇ ਜਵਾਬ ਬੰਦੇ ਦੀ ਹੁੰਦਾ ਹੈ ਨਾ, ख्वाहिश के वापस आ जाए। ਇਹਨਾਂ ਕੋਲ ਇੱਕ ਦਾ ਵੀ ਨਹੀਂ ਨਿਕਲਦਾ। किसी को नमाज पढ़ने जाना है, किसी को सुबह ऑफिस जाना है, वो कह रहे थे, पिछले साहब से बात हो रही थी। ਨਹੀਂ ਤੇ ਬੰਦਾ ਪੁੱਛੇ ਕਿ ਇਹ ਆਏ ਦਿਨ ਕ੍ਰਿਸਚੀਅਨ ਬੱਚਾ ਚੁੱਕ ਲਿਆ, ਉਹਨੂੰ ਜਿਹੜਾ ਮਾਰ ਕੇ ਮਾਰ ਛੜਿਆ, ਫਿਰ ਕਿਸੇ ਕ੍ਰਿਸਚੀਅਨ ਨੂੰ ਵੇਖ ਲਿਆ, ਫਿਰ ਉਹਦੇ ਤੇ ਗੁਸਤਾਖੀ ਦਾ ਲਾਤਾ, ਤੇ ਉਸਮਾਨ ਨੂੰ ਕਿਉਂ ਨਹੀਂ ਅੱਗ ਲਾਈ? ਉਹਨੂੰ ਲਾਂਦੇ। ਐਡੇ ਵੱਡੇ ਗੁਸਤਾਖ ਨੂੰ ਅੱਗਾਂ ਲਾਈਆਂ ਨਹੀਂ। ਸਾਡੇ ਭਾਂ ਦੀ ਮੁਸੀਬਤ ਪਾਈ ਇੱਥੇ ਇਨਸਾਨਾਂ ਦੀ। अच्छा, ये जुनेद साहब काफ़ी देर से वेट कर रहे हैं। जुनेद अमजद जी, जुनेद भाई जी अस्सलाम वालेकुम। जी वालेकुम अस्सलाम। क्या हाल है? ठीक है सब? जी बिल्कुल ठीक ठाक। अच्छा, ये क्या नाम है जिनका? मुकेश, क्या नाम लिखा हुआ इन्होंने? मोक्ष। मोक्ष। इसको मैं बहुत सारी ब्रॉड पे लाइव देखता हूँ, सुनता हूँ, सॉरी। देखिए भाई, आपने गाली या कोई बदतमीजी नहीं करनी किसी भी पैनल से। नहीं, इनसे पूछ लें। मैं पहले भी ब्रॉड पे 1-2 दफ़ा आया हूँ, उनके साथ बात की है थोड़ी सी। अच्छा और जब भी आता हूँ दूसरी तरफ से मुझे म्यूट कर दिया जाता है, ठीक है? अच्छा। और ये कॉन्टीन्यूसली बंदों को हिरास करती हैं, बंदों को यानी कि बेइज्जती करती हैं, और विदाउट लॉजिक बोली जाती हैं। किसी और को बोलने का मौका ही नहीं देती ये बंदी, ठीक है? इधर इस आके और नाम रखा हुआ है। अच्छा, चले आप किसी को देखिए, बात सुने ना, आप क्या बात सुने, डिस्कस करना individually चाह रहे देखे हैं? ना, अब आपको हम ये प्लेटफॉर्म दे रहे। एक मिनट आप अपना सवाल रखें भाई। मेरी सवाल बात- भाई मेरी 2 आइडिया ने, और वेख अगे लिखे है मोक्ष के नाल खदीजा। मेरी 2 आइडिया ने, मेरी बात सुने, ठीक है ना? समझ आई है? सिस्टर जी, ਇਹ ਤੇਰਾ ਮੁਸਲਮਾਨ ਭਰਾ ਹੁਣੇ 10 ਸਵਾਲ ਉਹਨੂੰ ਕੀਤੇ ਨੇ, ਉਹਨੂੰ ਮਿੰਟਾਂ ਕੀਤੀਆਂ ਨੇ, ਮੰਨ ਕੇ ਗਿਆ ਹੈ, ਜਵਾਬ ਨਹੀਂ ਕਿਸੇ ਗੱਲ ਦਾ ਵੀ ਦਿੱਤਾ। ਤੂੰ ਦੇ ਦੇ ਆ ਕੇ ਜਵਾਬ, ਮੇਰੀ ਜੇ ਥੱਲੇ ਬਹਿ ਕੇ ਸੁਨੇ ਤੇ ਤੂੰ ਵੀ ਸਾਰੇ ਨੇ। ਹੁਣ ਤੂੰ ਇਹ ਨਾ ਕਹਿ ਕਿ ਮੈਂ ਨਹੀਂ ਸੁਨੇ, ਮੈਂ ਬੜਾ ਮਾਸੂਮ ਆ। ਤੈਨੂੰ ਕਿਸੇ ਸਟੇਜ ਡਰਾਮੇ 'ਚ ਕੰਮ ਕਰਨਾ ਚਾਹੀਦਾ ਸੀ। ਨਹੀਂ ਹਰਿਆਸ ਕੀ ਕੀਤਾ ਮੈਂ? ਕੋਈ ਤੈਨੂੰ ਤੇਰੀ ਗਿਰਬਾਨ ਤੋਂ ਫੜਿਆ ਹੈ। ਤੈਨੂੰ ਕਿਸੇ ਸਟੇਜ ਯਾਰ ਡਰਾਮੇ ਮੈਂ ਤੇਰੀ ਗੱਲ ਪੱਟੀ ਤੇ ਬੰਦੂਕ ਰੱਖੀ ਹੈ ਕਿ ਮੈਂ ਤੈਨੂੰ ਤੇਰੇ ਗਿਰਬਾਨ ਤੋਂ ਫੜਿਆ ਹੈ ਨਾ। ਸਟੇਜ ਡਰਾਮਾ ਤੇ ਤੁਸੀਂ ਬਣਾਇਆ ਇਸਲਾਮ ਨੂੰ, ਤੁਹਾਡਾ ਇਸਲਾਮ ਹੈ ਹੀ ਸਟੇਜ ਡਰਾਮਾ, ਤੇ ਮੈਂ ਉੱਥੇ ਕੀ ਕਰਾਂ? ਵਿੱਚ ਕੁਛ ਨਿਕਲਦੀ ਨੀ ਗੀ। अच्छा, मैंने इनको ਜਿਹੜਾ डिस्कनेक्ट ਨਿਕਲਦਾ ਵਿੱਚੋਂ ਡਰਾਮਾ ਹੀ ਨਿਕਲਦਾ ਹੈ। ਅਸੀਂ ਕੀ ਕਰੀਏ ਫਿਰ? क्योंकि देखें सिस्टर, इधर पैनलिस्ट के साथ तमीज से बात करेंगे तो हम मौका देंगे। नहीं कह रहे हैं, मुझे हंसी आ रही है। ग्लोरी सिस्टर कहता है मैं हरास करती हूँ। बंदा पूछे हरासमेंट की होती है, इन्हों बंदा यही पूछ ले, वही नहीं समझ आनी। हाँ, आप तो उसको किताब में से पढ़ के सुनाती हैं, इसमें क्या है? तो अभी कौन सी बात से इनकार किया है चौधरी साहब ने? किसी बात से इनकार किया उन्होंने? नहीं, किसी बात पे नहीं किया इनकार। आपके पास तो मेरी रिकॉर्डिंग है, मैंने तो चल जाना है, तो आप रिकॉर्डिंग से निकाल के देख लेना दोबारा कि कौन सी बात का चौधरी साहब जो है वो इनकार करते हैं। हर बात को वो सुनते रहे हैं, अब उनके पास नहीं जवाब। हाँ, तो ये उसको हरासमेंट के ज़ुमरे में डाल रहे हैं। और देखिए, आप लोग आके ख़वातीन को स्पेशली इस्लाम में है। नहीं ग्लोरी सिस्टर, वैसे ये आप ना मतलब मुझे बड़ा फख्र महसूस हो रहा है, एज ए लेडी मैं भी हरास कर सकती हूँ। आज तक ये कहा जाता था कि मर्द जो है ना वो औरतों को हरास करते हैं। मेरा ख्याल है मेरा नाम ना वर्ड बुक में लिखा जाना चाहिए
کہ میں وہ لیڈی ہوں جو مردوں کو ہراس کرتی ہوں. گینیز ورلڈ ریکارڈ میں آپ کا نام ہونا چاہیے. ہاں بالکل نا, ہاں کہ میں مردوں کو ہراس کرتی ہوں. ایکچولی جو انہوں نے سیکنڈ اسٹیٹمنٹ پاس کی تھی وہ یہاں پہ خواتین ہو یا مرد ان سب کے لیے جو ہے قابل قبول نہیں ہے, تو اسی لیے ان کو کال پہ نہیں لیا. ہلو آپ کو تو نہیں لیں گے کال پہ, کیونکہ سسٹر نے پہلے وارن کیا تھا کہ آپ سیدھا ہی گالی دو گے. تو تمیز سسٹر یہ ان کو لیں گے, کال پہ لیں گے, یہ ذرا 5 منٹ ڈبل ٹیپ کریں, 50,000 تک لیجیے, پھر ہم ضرور لیں گے. مزدوری کریں تھوڑی, نہیں 5 منٹ ایسے نہیں کریں, بولو 40,000 کا ان کو ٹارگیٹ دے دیں. یہ 39,000 ہے نا. لائف لائن نے تو آدھے ویسے گھنٹے میں ڈیوٹی پہ جانا تھا. جس نے مجھے ایک ہراس کرنے, مردوں کو ہراس کرنے والی لیڈی کو جو ہے وہ سننا ہے, وہ مجھے فالو کرے پلیز. میں دنیا کی وہ لیڈی ہوں جو مردوں کو ہراس کرتی ہوں. دیکھ لو ساری لیڈیز جو سن رہی ہو, جو گرلز بیٹھی سن رہی ہو. دیکھو جنید بھائی, آپ نے گالی نہیں دی, لیکن آپ ڈیروگیٹری اسٹیٹمنٹ یہاں دیکھے گئے ہیں. دیکھیں ہمارے یہاں ایک ٹیبو ہے پاکستان میں اسٹیج ڈرامہ. حالانکہ اسٹیج ایک آرٹ ہے, ایک تھیٹر ہے, لیکن جو واقعی آپ کی مسلمان عورتیں میں کہوں گی وہاں کرتی ہیں, آپ اس کو مخاطب کرنا چاہ رہے تھے یہاں پہ. تو ڈرامہ تو سسٹر نے صحیح کہا کہ قرآن نے بنایا ہے, اسلام خود ڈرامہ ہے. میں کیا کروں, جس چیز کو پکڑ لو آگے سے ڈرامہ ہی نکلتا ہے. بندہ کیا کرے پھر, ہم کیا کریں اس کو. اب اگلے دن ہم لوگوں نے 3 گھنٹے ہم نے اسٹریم کی سسٹر کی اسٹریم پہ. ان کا بیاہ ہی ختم نہیں ہو رہا تھا. حضرت محمد کا پہلا بیاہ وہ بیان کر رہی تھیں سیرت سے, اور وہ ختم ہی نہیں ہو رہا تھا. وہ ہر طرف ہی ہر امام اپنے اینگل سے بتا رہا تھا. 4 دفعہ تو 4 طریقے سے تو ان کا نکاح کروا دیا کہ کس نے کروایا, کیا واقعہ تھا. ایسا ہی ہے سسٹر ختیجہ, بالکل ایسے ہی ہے. یہ تو ان کو کوئی چیز شور ہے ہی نہیں اسلام کے اندر. کوئی ایک چیز مجھے کوئی بندہ ثابت کر دے کہ یہ چیز میں ہم بڑے شور ہیں, یہ ہے ٹھیک ہے. میں سچ میں اس بندے کو سلام کروں گی, بلکہ سلوٹ کروں گی, کیونکہ مجھے نہیں مل رہی. کوئی ایک چیز بتا دو. دیکھیں ابھی اس خنزیر کی بات ہو رہی تھی, وہ بھی شور نہیں ہے. اللہ نے فرمایا کہ اگر ضرورت پڑے تو کھا لو. ویسے کہتے ہیں کہ سور حرام ہے. اور اسی طرح شراب کا معاملہ لے کر بھی ایسے ہی ہے. آپ سورہ بقرہ کی آیت نمبر 119 پڑھیں, اگر میں کہیں تو میں پڑھ دیتا ہوں. تو اس میں بھی ایسی امبیگوس کا مطلب ہوتا ہے کہ ان کلیئر اسٹیٹمنٹس ہیں کہ یہ بھی کر سکتے ہو, وہ بھی کر سکتے ہو, یہ بھی ٹھیک ہے, وہ بھی ٹھیک ہے. تو اب پتہ ہے واقعی صحیح کہہ رہی ہیں آپ کے, کوئی پتہ نہیں کہ یہ کہنا کیا چاہتے ہیں. اچھا یہ کہہ رہا ہے کہ میں ان کے بلیورڈ میسنجر کو جو ہے وہ غلط بول رہی ہوں. اور بندیا تیرے کنا چ لگدا ہے میل ہے, تو انج کر گھر جا کے نا کوئی چنگا جا کوئی اپنے شیمپو لے کے کن صاف کرا, ٹھیک ہے. کیونکہ میں ایک باری بھی تیرے بلیورڈ نبی دا نا تک نہیں لیا. کیوں گلوری سسٹر؟ نہیں ہم نے نام نہیں لیا. میں نے ایک بار بھی ان کے نبی کا نام نہیں لیا. اور ان کے کان اتنے خراب ہیں کہ ان کو اس کو آوازیں آ رہی ہیں, ہائے رسول اللہ ہائے رسول اللہ. جنید امجد تیرے کنا دے وچ بہت گند ہے. تو پہلے کن صاف کر, اس تو بعد جا کے دماغ ٹھیک کر, پھر تو اپنے اسلام دے اوتے بیٹھ کے غور و فکر کر. ہاں نہیں میں بدتمیز نہیں. میں تو تے مینوں بڑا اچھا خطاب دے کے گیا, تھینک یو. میں لکھنا ہے میں دنیا دی پہلی لیڈی جڑی بندیاں نو ہراس کر سکنی ہاں. تھینک یو. ہاں بالکل کمپلیمنٹ. یہ سسٹر زبیدہ نے بھی جوائن کیا ہے. جی سسٹر زبیدہ آپ بات کرنا چاہ رہی تھیں. سسٹر ہے یا بردر ہے سسٹر زبیدہ؟ اچھا ایک آئی ڈی ہے مجھے لگتا ہے, نیچے پھینک دو. ٹھیک ہے. یہ رپورٹیں مارنے آیا تھا. نہیں یہ سسٹر بہت اچھی ہیں, ہمارے ساتھ بڑی دیر سے ہیں اور بہت سپورٹ کرتی ہیں. تو پتہ نہیں کیوں انہوں نے مائک نہیں اپنا کھولا. اچھا چلیں وہ دوبارہ آ جائیں گی. یہ فلائنگ چوہان نے جوائن کیا ہے. اچھا وہ سورہ بقرہ کی آیت نمبر 117 ہے, 217. یہاں پہ بھی امبیگوس اسٹیٹمنٹ ہے کہ لکھا ہے کہ پوچھتے ہیں کہ ماہ حرام میں لڑنا کیسا ہے. کہو اس میں لڑنا بہت برا ہے, مگر راہ خدا سے لوگوں کو روکنا اور اللہ سے کفر کرنا اور مسجد حرام کا راستہ خدا پرستوں پر بند کرنا, حرام رہنے والوں کو وہاں سے نکالنا اللہ کے نزدیک اس سے بھی زیادہ برا ہے.
اور پھر ہم دیکھتے ہیں کہ ایک طرف ایک اگر یعنی کہ جو ہوتی ہے نا ایمبیگوس اسٹیٹمنٹس بہت ہی زیادہ ہیں. ایک جگہ پہ کہا گیا کہ جھوٹ نہیں بولنا، اور ایک جگہ پہ حدیثوں میں ملتا ہے کہ ہم تین طرح سے جھوٹ بول سکتے ہیں. ایک جگہ پہ لکھا ہوا ہے کہ شراب حرام ہے، شراب منع کی گئی ہے، پھر آپ جنت میں آپ کو حرام شراب بھی ملے گی، عورتیں بھی ملیں گی، بڑے بڑے ڈیلوں والی عورتیں ملیں گی، اور طرح طرح کے، اور لڑکے بھی شراب پلائیں گے آپ کو، اور اس طرح کی اور بہت ساری. ابھی خنزیر کا بھی ابھی ہم نے پڑھا کہ سور حرام ہے، لیکن وقت پڑے تو آپ کھا بھی سکتے ہو. اب مجھے سمجھ نہیں آتی کہ کیا صحیح ہے اور اس کیا میں غلط ایک ہے. اضافہ اور کر لیں علامہ صاحب، جی جی. اس میں ایک اضافہ اور کر لیں، مسجد الحرام، اس کا بھی مطلب ذرا بتا دیں مجھے، وہ کون سی ہے؟ مسجد الحرام سے تو یہ کہتے ہیں نزدیک کی مسجد، اور جو مسجد اقصی ہے اس کو دور کی مسجد، ان کی اپنی انٹرپریٹیشن ہے. تو لیکن جو الحرام کیا ہوا؟ الحرام الحرام کا کیا مطلب ہے لفظی بھائی؟ مطلب تو حرام کا مطلب مانے، یعنی کہ ممنوع، حرام مسجد ہے، یعنی کہ اگر لفظی مطلب لیا جائے تو مسجد حرام کا مسجد کا ورڈ کہیں نہیں. آپ آیت پڑھیں عربی کی، پھر آپ کو پتا چلے گا. عربی پڑھیں. ہاں میں پڑھ کر دیتا ہوں. یہ ہاں لکھا ہے اسراء کی آیت ہے، سورہ اسراء کی. ہاں. سبحان اللہ زی اسراء بعیدہ، یعنی کہ دور کی مسجد میں لے گیا، یعنی دور. ان ٹرانسلیشن انہوں نے ایسے کی ہوئی ہے ہاں کہ جی. مسجد حرام. نہیں، لفظ عربی میں میرا سوال یہ تھا کہ عربی میں مسجد مسجد لفظ لکھا ہوا ہے کہ نہیں، میں نے یہ لکھا پوچھا. ہوا ہے من مسجد الحرام، اچھا. لکھا ہوا ہے کہ من مسجد الحرام علیہ مسجد الاقصی، یعنی مسجد الحرام سے مسجد الاقصی کی طرف لے گیا. مبارک ہے وہ ذات جو اللہ کے وہ اپنے بندہ کو مسجد حرام سے مسجد اقصی کی طرف لے گیا. یہ دونوں کا ذکر ہے اس آیت میں. یہ سورہ کون سی اسراء سورت کی آیت پڑھ رہے ہیں آپ؟ میں اس کو سورہ اسراء کی پہلی آیت ہے، سورہ اسراء 17ویں سورت ہے، اسرائیل کی. اچھا 17 کی پہلی آیت میں. اوکے اوکے ٹھیک ہے. تو ہیلو اس میں فلائنگ پتہ چوہان چلا گیا. فلائنگ چوہان میں ادھر ہی ہوں. جی میں نے کہا چوئی صاحب دیکھو بیچارے کتنے مجبور ہیں، اتنی باتیں سن کے ایک کا بھی جواب نہیں، پھر بھی کہتے ہیں میں چلا نماز پڑھن. بتاؤ. ساریاں گلاں دے شکوک و شبہات لے کے ہن اللہ کولوں پوچھن چلے نے سجدے چ چوئی صاحب، اللہ میاں تو کیتا تے کیتا کی ساڈے نال کی کیتا ہے تو ساڈے نال ایڈے دھوکے کیوں کیتے نے اللہ میاں تو میں نے چوئی صاحب کو کہا چوئی صاحب جی اللہ میاں نے کوئی جواب دے دیتے تو مینوں بھی دس چڑے ہو. دیکھتے ہیں چوئی صاحب کو اللہ میاں بتاتا ہے کہ نہیں. کیا کہتے ہو فلائنگ؟ جی جی بالکل ایسا ہی ہے. میں نے کہا چوئی صاحب کے پاس جواب نہیں ہے، پر چوئی صاحب بیچارے پریشان ہو کے چل جاندے ہیں. وہ بس وہ دراصل ان کے ذہنوں میں ہوتا یہ ہے کہ ان کے ذہنوں میں بچپن سے بٹھا دیا جاتا ہے کہ یہی سچ ہے، اس کے علاوہ کوئی سچ نہیں ہے، اور اس کے خلاف جتنی بھی آپ دلائل دے دیں نا وہ ان کے ذہن میں بیٹھتے ہی نہیں ہے. وہ اسی کو سچ مان کے نا بس اس سے ہٹنا نہیں چاہتے. اچھا اس کی وجہ یہ ایک تو ان کو ڈرا دیا، ایک تو بچپن سے ان کے ذہنوں میں ڈال دیا جاتا ہے، اسکول میں بھی اور ادھر بھی اور گھر میں بھی. پھر ڈر اتنا ہوتا ہے کہ بھائی اگر ہم نے یہ جھوٹ ہو گیا یا ہم نے اس کو جھوٹ مان لیا یا اس کے خلاف گئے تو آخرت میں بھی پکڑے جائیں گے اور دنیا میں بھی وہ ہے. اچھا پھر چلو ٹھیک ہے، اگر یہ جھوٹ ہے یا سچ ہے، ان کے ذہن میں کوئی سوالات آتے ہیں جھوٹ ہے یا سچ ہے، چلو مان لینے میں کون سی بڑی برائی ہے، مان لیا تو زیادہ زیادہ آخرت میں جو ہے وہ جنتی مل جائے گی، حوریں مل جائیں گے. تو یہ جھوٹ ڈر اور لالچ کے چکر میں نا پھر وہ جو ہے وہ ان کو تبدیل کرنا یا ان کو سوچنے کے اوپر وہ کرنا بہت مشکل ہوتا ہے. لیکن جن کی جو سوچ کھل جاتی ہے، جو اوپنلی سوچنا شروع کرتے ہیں، تو پھر ان کے لیے جو ہے وہ آسانی ہو جاتی ہے. اتنے کوسچن میں نے ریز کیے ہیں، کم از کم آئی تھنک اگر میں گنوں تو میں نے 8 کوسچن تو ریز کر ہی دیے ہیں. اب ان میں سے اگر چوئی صاحب ایماندار آدمی ہیں، نمازی پرہیزی آدمی ہیں، نیک آدمی ہیں، تھوڑا سا مطلب ایمانداری سے بیٹھ کے اگر سوچیں کہ کیوں جو ہے ان کے پاس ان 7-8 سوالوں کے جواب نہیں ہے، یہ تو سوچنا بنتا ہی ہے نا ایز انسان. بالکل ایسے ہی. چاہے میرے سامنے نہ مانے، میں نہیں کہتی کہ میرے سامنے مان جائیں یا قبول کریں کہ ہاں ایسے ہے، لیکن اکیلے بیٹھ کے بھی تو انسان کوئی سوچتا ہی ہے نا. اکیلے بیٹھ کے تو سوچتے ہیں ان کے ہاں ذہن میں. بالکل. تو بندہ سوچتا ہی ہے نا کہ یہ کیوں چیز ہے بھائی، یا پھر آپ اپنے اللہ سے پوچھیں. اگر آپ کو جواب نہیں ملتا تو پھر غور کریں کہ کیوں، مطلب کہ ایسی چیز ہے کہ کوئی جواب بھی نہیں آ رہا
اور آپ کو تضاد بھی اتنا نظر آ رہا ہے. جی جی بالکل. لیٹس سی کہ کیا بنتا ہے. جی یہ ہمارے ساتھ کافی دیر سے جوائن کیا ہوا ہے. یہ بھائی آپ کا نام کیا ہے؟ میرا نام فلائنگ چوہان ہے. نہیں فلائنگ چوہان ویلکم. یہ آپ کے ساتھ جو بیٹھے ہوئے ہیں اندریا کیا نام ہے، اینڈیئر بھاری پی، اگر آپ انمیوٹ کر کے کوئی بات کریں بھائی. اینڈ ہی ایئر شاید یہ نام ہے، پتہ نہیں. چلیں یہ بات نہیں کر رہے ہیں. ایک سسٹر ایک کالر ہے علامہ صاحب، اس سے کریں بات اگر یہ گالی نہیں دیتا. ویسے ان کی گردن پہ میں نے ہاتھ رکھا ہوا ہے. بھائی گالی نہیں دو گے؟ اگر دو گے تو بس فوراً ہی ڈسکنیکٹ. نہیں میں دیتا. جی بھائی بات کرو. ہاں بھائی. ہلو، ہاں اونچا بولو، بات کرو. آواز آ رہی ہے میری؟ جی جی. جی میں ایکس کرسچن ہوں. میرا سوال ہے یہ ختیجہ سے کہ اگر تم نہ مسلمان ہے نہ تو کرسچن تو تم کرسچن میں کیوں نہ جاتی ہیں؟ اچھا گجری پھر آ گیا ہے گجری. یہ گجر آواز تبدیل کر کے آیا وہ. یہ ہر وقت آ جاتا ہے، یہ اسی کی آئی ڈی ہے. ہلے کل میں تینوں پھڑیا تو پھر پتہ نہیں اینوں میرے نال اتنا پیار کیوں ہے، مجھے تو سمجھ نہیں آتی. گجر نوں بڑا میرے نال پیار ہے، جتھے مینوں ویندا ہے اوتھے ہی چلا جاتا ہے. گجر تے دل نہیں لگدا میرے بغیر ہے گجر. تے مینوں کیڑے بھی بھیجدا ہے، کہندا تینوں کیڑے بھیجنا، تینوں بد دعاواں دینا، کالے جادو کراندا ہے، میرے تے پتہ نہیں کی کراندا رہندا ہی ہے. آپ تو گجر کے خوابوں میں آتی ہیں، اس کی نیندیں اڑی ہوئی ہیں. وہ آپ کو دیکھ کے گجر اتنا پیار حد ہو گئی ہے یار. گجر کی تو اینی نیندیں اڑی مبالغہ ہوئی کر. ہیں. وہ آپ کو سوچ کے پریشان ہے کہ میں اس کو اینیاں آئیڈیاں تو بدل کے آنا ہے، انی مشقت کرنا ہے تو میرے نال گل کرن لئی. توتلا ہو کے بات کر رہا ہے نا، یا پہچانے نہیں وہ اپنی طرف سے بڑا ساؤنڈ چینج کر کے گجر تو سا لینا نا، مینوں پتہ لگ جاتا ہے کہ گجر آ گیا. گجر تینوں پتہ نہیں ہے، میں نا چڑی اڈی جا رہی ہوں نا، انہوں ویکھ لینی ہونی ہے نے کتھے جانا ہے. تو تے پھر گجر ہے. اچھا لائف لائن بھائی آپ سے تھوڑا سا ایک سوال ہے، اگر آپ اس کا جواب دینا چاہیں تو، یا کوئی بھی جو یہاں پہ ہمارے کرسچن برادر ہیں یا برادر یا کیا سسٹر وہ جو بھی کہہ رہے تھلے کہہ رہے نے انہوں اتنے چک لو پھر لے لو بےچارے. چلو چانس دے دو، بےچارا آیا گل کرن، دے دو سو چانس. بلا لیں سسٹر گجر کو، بھائی ہے میرا چھوٹا. اچھا ٹھیک ہے، بس یہ گالی نہ دے یہی شرط ہے. کرو بھائی کال ریکویسٹ کرو، آپ کی کوئی کال نہیں ہے. نہیں یہ جدھر رہتا ہے اس کا تو ایڈریس بھی میرے پاس ہے، میں نے تو اس کو جا کے گچی سے پکڑ لینا ہے. اچھا ٹینشن نہ لے. ہاں اس کو میں نے انوائٹ بھیجا ہے، آ گیا. آ گیا. گجری سنا کی حال ہے تیرا. I am not Gujjar. Why you telling me? گجر گجر میری گل سن، تینوں میں کل کی کیا سی گجر، جے تو قبر چ بھی لمحہ پیا ہوئے گا نا تے میں تیری قبر کولوں بھی لگنا ہے نا تے تیری لاش نے بھی بولنا میں گجر ہاں. آئی ایم گجر. میں Gujjar نہیں ہوں، میرا نام ابراہیم ہے، تو میں ایکس کرسچن ہوں. میں Gujjar ایکس نہیں ہوں. کرسچن نا تو ایکس. اچھا چل پھر بول کیرے، چل بول کیرے بول کیرے کھیرے. کیرے بس تو گجر گل مکی. نو میرا سوال یہ ہے آپ سے، میں ہاں جی ابراہیم ہوں. ہاں جی. ٹھیک ہے، تو اچھا میں ابھی ایٹیسٹ ہوں. ٹھیک ہے اچھا ٹھیک ہے، بہترین ہو گیا. جی. میرا سوال یہ ہے، نہ آپ مسلم ہیں نہ آپ کرسچن ہیں، نہ تو آپ کرسچن کیوں نہیں قبول کر لیتی؟ کیا تمہارا کیا سوال ہے، دوبارہ ریپیٹ کرو. میرا سوال یہ ہے، نہ تو مسلمان ہو، ٹھیک ہے، نہ تو کوئی آپ کا مذہب ہے، تو آپ کرسچن کیوں نہیں قبول کر لیتی؟ نہیں تو تم مجھے یہ مشورہ کیوں دینے آئے ہو؟ تم تو خود ایکس کرسچن ہو. ابھی تو تم نے یہ کہا ہے آپ ایکس ہو کے تو مینوں کہن دے کرسچن کیوں نہیں ہوتی. تیری مت وج گئی گجر. نہیں میں گجر کیڑا نشہ کیتا ہی دس تے صحیح، چل دس تے Why کنے you دا telling خریدیا me سی نشہ. I am not a Gujjar, میرا نام ابراہیم ہے. تو بات سنو میری، تیرے آئی ایم ناٹ نے مینوں فائنلائز کر دیتا ہے کہ تو گجر ہے. میں یہ کہہ رہا ہوں، ٹھیک ہے، جو میں اچھا گجر دس کنے اج کیڑا سستا نشہ کیتا، چل جا شاباش. میں بھی ایٹیسٹ ہوں، تو میرا سوال یہ ہے، تو آپ اچھا گجر تو کدوں دا ایتھیسٹ ہے؟ کنے دن ہوئے تینوں ایتھیسٹ بنیا؟ I am not a Gujjar. میں اچھا چلو ابراہیم تو کنے دن پہلوں ایتھیسٹ ہوئے ہیں؟ مجھے ایک ہفتہ ہے، میں نے کرسچینی چھوڑ دی ہے. اچھا ایک ہفتہ ہے، چل تھینک یو. خوش رہ میرا بھرا، اب جتھے رہ خوش رہ. مینوں جواب مل گیا ہے، ٹینشن نہ لے، تو میرا بھرا بن چکے ہیں.
अब मैं इससे इस्लाम को सवाल पढ़ तो हेलो ही हेलो मैं अब इस्लाम हेलो कबूल करने लगा हूँ। तो बहुत भाई क्या मुझे थोड़ा ब्रेक पे भी पाँव रखते हैं, हेलो बोलते ही नहीं जाते हैं। इतनी मुश्किल से तो तुम माइक के अंदर घुस के बात कर रहे हो, हवाएं छोड़ रहे हो। अच्छा चलो, एक्स क्रिश्चियन थे ना, ये लॉर्ड्स प्रेयर सुना दो पहले। ਆਲਾ ਏਡਾ ਔਖਾ ਸਵਾਲ ਸਿਸਟਰ ਨੇ ਫੜ ਲਿਆ ਜੀ ਹਾਂ ਹੈ चलो भाई लॉर्ड्स प्रेयर सुनाओ, फिर आगे बात करते हैं। चलो। जी मैं मतलब इतना नहीं पढ़ा भाई, मुझे पता है ओ दुआ भाई ये सा क्या हो गया, तू क्रिश्चियन था अभी, तेरी 6 साल की ਉਹ शागिर्द ਗਲੋਰੀ कितने ये बता ਸਿਸਟਰ दो, शागिर्द ਉਹ कितने ਗਲੋਰੀ ये बता ਸਿਸਟਰ दो। ਉਹ ਵਿਚਾਰਾ ਸਾਨੂੰ ਪਤਾ ਹੈ ਇਹਦਾ ਮਸਲਾ ਕੀ ਹੈ ਤੇ ਰਹਿਮ ਕਰ ਦਿੰਦੇ ਆ ਖੈਰ ਹੀ नहीं। हाँ, मेरा झूठा है मसला ये। ये है तो ये आपसे। झूठ क्यों बोल रहा है आप कि नहीं, मैं मैं एक्स झूठ नहीं ਉਹਨੇ ਆਪਣੀ ਧੌਣ ਨਹੀਂ ਵਡਾਣੀ ਗਲੋਰੀ ਸਿਸਟਰ ਸਮਝ ਲਿਆ ਕਰੋ ਤੁਸੀਂ ਵੀ ਗੱਲਾਂ ਕੋਈ मेरा ਰਾਜ਼ ਵੀ सवाल ਹੁੰਦੇ ਨੇ ਬੰਦੇ ਦੇ मेरा सवाल बहुत सही है, सवाल है कि आप क्रिश्चियनी क्यों नहीं मतलब ਅੱਛਾ कबूल ਆਪ कर ਤੂੰ लेते? ਕ੍ਰਿਸਚੀਅਨਿਟੀ ਛੱਡੀ ਬੈਠਾ ਤੇ ਮੈਨੂੰ ਕਹਿੰਦਾ ਆਪ ਕਿਉਂ ਨਹੀਂ ਕਬੂਲ ਕਰ ਲੈਤੀ ਤੂੰ ਕਰ तो ਖਾ फिर ਮੈਨੂੰ ਪਹਿਲਾਂ ਕਬੂਲ ਚੱਲ ਤੂੰ ਕਰ नहीं, मैं तो अब इस्लाम पढ़ रहा हूँ, मुझे इस्लाम बहुत अच्छा लग रहा है। भाई ਅੱਛਾ तू पहले इस्लाम क्रिश्चियन था कबूल ना, करने लगा। दुआ सुना इस्लाम तो फिर बहुत अच्छा दुआ लगता है। ਨਹੀਂ के ਤਾਂ बाद ਤੂੰ ਇੰਜ बताओ। ਕਰਨਾ ਪਹਿਲਾਂ ਪਿਛਲੀ ਕ੍ਰਿਸਚੀਅਨਿਟੀ ਕਲੀਅਰ ਕਰਕੇ ਤੂੰ ਹੈ ਵੀ ਹੈ ਕਿ ਨਹੀਂ ਕਹਿ ਜਿਵੇਂ ਸਿਸਟਰ ਕਹਿ ਰਹੇ ਨੇ ਦੱਸ ਫਿਰ चलो ਚੱਲ चलो लॉर्ड्स मैं प्रेयर सुनाओ। मैं चलो आपको दुआ शाबाश। देता हूँ। गॉड ब्लेस यू, खुदावन ਗॉड यीशु ब्लेस मसीह, यू खुदावन यीशु मसीह आपको अपने इस ज़बान में रखें। एक मिनट, ये हमेशा ਰਹਿਣ ਦੋ बंदे ਪਾ ਰਹਿਣ ਐਕਸ ਦੇ ਗੁਜਰ ਉਹ ਐਕਸ ਰਹਿਣ ਦੇ ਗੁਜਰ ਪਾ ਬਸ ਕਰ ਦੇ ਐਕਸ खुदा का ਗੁਜਰ नाम बेफायदा नहीं लेना चाहिए। ये ਅੱਛਾ ਚੱਲ मजाक उड़ा रहा है ਚੱਲ सिस्टर ਐਕਸ ਗੁਜਰ ਚੱਲ ਠੀਕ ਹੈ ਆ ਜਾ ਰਲ ਕੇ ਮੁਸਲਮਾਨ ਹੁੰਨੇ ਆ ਠੀਕ ਹੈ ये सिस्टर यहाँ पे ना लड़ाई करवाने आया है एक्चुअली, जानबूझ के दो ਉਹ फेस ਨਹੀਂ दिखाए। ਇਹਦੀ ਇੰਨੀ ਔਕਾਤ ਇਹਨੇ ਲੜਾਈ ਕਰਾਣੀ ਇਹ 400 ਵਾਰੀ ਪੈਦਾ ਹੋਵੇ ਸਿਸਟਰ ਬੇਬੀ ਹੈ ਸਾਡਾ ਸਿਸਟਰ ਜੀ ਇਹਦੇ ਕੋਲ ਪੁੱਛੋ ਹੂੰ ਕਿ ਐਥੀਅਸ ਦਾ ਅਕੀਦਾ ਕੀ ਹੈ, ਉਹਨਾਂ ਦਾ ਅਕੀਦਾ ਕੀ ਪਹਿਲਾਂ ਦੱਸਣਾ ਜ਼ਰਾ। ਇਹਨੂੰ ਮੇਰਾ ਐਥੀਅਸ ਦਾ ਜਿਹੜਾ ਵੀ ਹੋਵੇ ਇਹਨੂੰ ਮੇਰੇ ਕੀਦੇ ਦਾ ਹੀ ਨਹੀਂ ਪਤਾ ਤੇ ਇਹਨੇ ਮੇਰੇ ਨਾਲ ਕੀ ਗੱਲ ਕਰਨੀ ਹੈ अच्छा एनु पूछो कि ਇਹਨੂੰ ਕਹਿਣਾ ਵੇ ਕਿ ਨੱਕ ਤੋਂ ਉਂਗਲੀ ਚੁੱਕ ਕੇ ਫਿਰ ਗੱਲ ਕਰੇ, ਨੱਕ ਤੇ ਉਂਗਲ ਰੱਖ ਕੇ ਬੋਲਦਾ ਓਏ ਪਿਆ ਜੀ। ਬੇਬੀ ਇਹ ਸਾਡਾ ਬੇਬੀ ਐਕਸ ਗੁਜਰ ਇਹਦਾ ਨਾਮ ਹੈ ਐਕਸ हेलो ਗੁਜਰ हाँ जी, ਬੇਬੀ ये जो गुज्जर है ना, गुज्जर बहुत प्यारा बच्चा है और ये खेलता रहता है, इसको समझ नहीं ਇਹ आती क्या ਸ਼ੈਤਾਨੀਆਂ बात ਕਰਨ करके ਆਂਦਾ बस ਹੁੰਦਾ खेलता ਸਾਡਾ है। ਸਿਸਟਰ ਇਹਨੇ ਜੋਗਾ ਨਹੀਂ ਹੈਗਾ ਕਿ ਸਿਆਸਤਾਂ ਕਰੇ हाँ, ये कुछ नहीं बेचारा कर सकता, बस अपनी कोशिश करता रहता है कुछ ना कुछ करने की, पर ਆਹੋ अभी तक नाकाम ही है ये। ਪਰ ਨਹੀਂ ਕਾਮਯਾਬ ਹੋ ਗਿਆ ਮੈਨੂੰ ਬੜੀ ਖੁਸ਼ੀ ਹੋਈ ਗੁਜਰ ਤੂੰ ਐਥੀਅਸਟ ਹੋ ਗਿਆ ਥੈਂਕ ਯੂ ਇਹਨੂੰ ਤਾਂ ਹੀ ਅੱਜ ਕੱਲ ਮੇਰੇ ਨਾਲ ਬੜੀ ਮੁਹੱਬਤ ਹੋਈ ਮੈਨੂੰ ਸਮਝ ਆ ਗਈ ਹੁਣ ਕੋਡ ਵਰਡ ਚ ਦੱਸ ਕੇ ਗਿਆ ਮੈਂ ਹੋ ਗਿਆ ਤੈਨੂੰ ਸੁਣ ਕੇ अच्छा ये भी आपके Continue on North Circular Road. ये भी आपकी हरासमेंट का शिकार है सिस्टर, कौन गुजर ये गुज्जर। हाँ नहीं ये पहले आके मुझे कहता था मैंने तुझे फख्तलू करना है फख्तलू ना फिर एक दिन मैंने कहा अच्छा चल इंज कर तू दस किथे आना है मैं आप ही आ जानी हूं तो ना मैंने कहा पैसे है नहीं कि कल कहता कल दे ਇਹ ਦੁਨੀਆ ਦਾ ਪਹਿਲਾ ਬੰਦਾ ਹੈ ਜਿਹਨੇ ਮੈਨੂੰ ਮਾਰਨ ਆਣਾ ਹੈ ਤੇ ਪੈਸੇ ਵੀ ਮੇਰੇ ਕੋਲੋਂ ਲੈਣੇ ਨੇ ਕਿਰਾਇਆ किराया। उन्हें कहना वीजा भी भेजो। ਅੱਛਾ ਮੈਂ ਕਿਹਾ ਅੱਛਾ ਫਿਰ ਹੋਰ ਕੀ ਚਾਹੀਦਾ ਹੀ ਨਾ ਨਾਲ ਨਾ ਕੀ ਨਾ ਪੈਸੇ ਚਾਹੀਦੇ ਨੇ ਤੇ ਹੋਰ ਕੀ ਆਨਾ ਰਹਿਣਾ ਕਿੱਥੇ ਵੇ ਮੈਂ ਨਾ ਮੈਂ ਕਿਹਾ ਤੈਨੂੰ ਪੂਰਾ ਖਰਚਾ ਵੀ ਮੈਂ ਦੇ ਦੇਣੀ ਤੂੰ ਇੰਜ ਦੱਸ ਦੇ ਕਿ ਤੂੰ ਹੋਣਾ ਕਿਹੜੀ ਜਗ੍ਹਾ ਤੇ ਵੇ ਨਾ ਫਿਰ ਕਹਿੰਦਾ ਠੀਕ ਹੈ ਨਾ ਅੱਛਾ ਉਨੀ ਦੇਰ ਤੀ ਮੈਂ ਤੈਨੂੰ ਕੀੜੇ ਭੇਜਣੇ ਨੇ ਕੀੜੇ ਖਾਣਗੇ ਤੈਨੂੰ ਨਾ ਕਹਿੰਦਾ ਮੈਂ ਰੋਜ਼ ਬਦ ਦਵਾਵਾਂ ਕਰਨਾ ਤੈਨੂੰ ਬਦ ਦਵਾਵਾਂ ਲੱਗਣਗੀਆਂ ਮੈਂ ਕਿਹਾ ਜੇ ਨਾ ਲੱਗੀਆਂ ਵਾਪਸ ਤੈਨੂੰ ਲੱਗ ਜਾਣੀਆਂ ਨਹੀਂ ਧਿਆਨ ਨਾਲ ਕਰੀ ਤੇ ਉਹ ਮੇਰੀਆਂ ਬਦ ਦਵਾਵਾਂ ਲੱਗ ਗਈਆਂ ਨੇ ਗੁਜਰ ਤੈਨੂੰ ਤੂੰ ਹੋ ਗਿਆ ਐਥੀਅਸਟ ਵੇਖ ਲਾ ਫਿਰ ਮੇਰੇ ਨਾਲ ਪੰਗਾ ਚੰਗਾ ਨਹੀਂ ਹੁੰਦਾ ਮੈਂ ਲੋਕਾਂ ਨੂੰ ਐਥੀਅਸਟ ਬਣਾ ਦਿੰਨੀ ਆ ਤੇ ਤੂੰ ਮੰਨ ਗਿਆ ਕਿ ਤੂੰ ਹੋ ਗਿਆ ਇਹ मान के गया ना ये एथियस्ट हो गया है ग्लोरी सिस्टर जी 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 बिल्कुल ये मान के गया है और ये सुनता है मुझे ये मुझे सुन के ना कहता है मैं हफ्ता पहले होया मान गया लो जी पहला बंदा ऐलान करके गया है कि वो खदीजा नु सुन के ते एथियस्ट हो गया थैंक यू वेरी मच गुज्जर ब्रदर तू एक्सेप्ट करके गया है पहली सीढ़ी अभी उसने चढ़ ली, आगे और भी आगे। बेचारा मुंह लगा के भज्जा फिरदा है ਆਂਦਾ ਮੇਰਾ ਕੋਈ ਫਕਤ ਨੂੰ ਹੀ ਨਾ ਕਰ ਦਵੇ ਸਾਰਿਆਂ ਨੇ ਮੈਨੂੰ ਵੇਖਿਆ ਸ਼ਕਲੋਂ ਸਾਰਿਆਂ ਨੂੰ ਪਤਾ ਹੈ ਕਿ ਗੁੱਜਰ ਕਿਹੜਾ ਹੈ ਨਾ ਤੇ ਹੁਣ ਗੁੱਜਰ ਨੂੰ ਲੋਕ ਕੇ ਦੱਸਣਾ ਪੈਂਦਾ ਗੁੱਜਰ ਨੂੰ ਲੋਕ ਕੇ गुज्जर का फख्तलू छेती हो जाना वैसे ਗੁੱਜਰ ਦਾ ਕੋਈ ਵੀ ਨਹੀਂ ਫਖਤਲੂ ਕਰ ਸਕਦਾ ਇਹ ਗੱਲਾਂ ਹੀ ਨੇ ਇਹ ਮੱਖੀ ਮਾਰਨ ਜੋਗੇ ਨਹੀਂ ਹੈਗੇ ਸਾਰੇ ਜਿਹੜੇ ਬੈਠੇ ਨੇ ਤੇ ਇਹਨਾਂ ਨੇ ਫਖਤਲੂ ਕਰਨਾ ਉਹ ਗੁੱਜਰ ਤੇ ਹੋ ਗਿਆ ਐਥੀਅਸਟ ਮੰਨ ਗਿਆ ਮੂੰਹ ਲੋ ਬਈ ਸਾਰੇ ਸੁਣ ਲੋ ਗੁੱਜਰ ਜਿਹੜਾ ਹੈ ਨਾ ਮੈਨੂੰ ਸੁਣ ਕੇ ਐਥੀਅਸਟ ਹੋ ਚੁੱਕਿਆ ਹੋਰ ਕਿੰਨੇ ਲੋਕ ਹੋਏ ਨੇ ਉਹਨਾਂ ਦਾ ਤੇ ਮੈਨੂੰ ਨਹੀਂ ਪਤਾ ਗੁੱਜਰ ਤੇ ਮੂੰਹ ਮੰਨ ਗਿਆ ਜੇ जी बिल्कुल गुज्जर ਤੇ ਮੂੰਹ ਨਾਲ ਐਲਾਨ ਕਰਕੇ ਗਿਆ
गुज्जर ने अपनी समझ के मुताबिक अगर वो चेंज हो गया ना, तो जिनकी समझ थोड़ी इनसे इससे ज्यादा, वो तो बहुत हो गए होंगे। हाँ पता नहीं, हाँ मुझे कई एक दो लोगों ने लिखा कि हम ना तुम्हें बड़ा सुनते हैं ना, लड़कियों ने लिखा ना कि हम तुम्हें सुनते रहते हैं लेकिन सामने नहीं आते और बात नहीं करते। बहुत लोगों ने लिखा होता है, इनबॉक्स भरा होता है, मैं तो अब पढ़ भी नहीं सकती सच में बोलूं तो, इतना ज्यादा चीजें लिखी होती हैं कि सारों को ना बंदा पढ़ सकता है ना जवाब दे सकता है। जी जी बिल्कुल। लेकिन थैंक यू, मजा आया आपकी लाइफ पे, जब भी आती हूँ मजा आता है, मैं इसीलिए आती हूँ। जी जी आप सारे लोगों का सारा पैनल भी बहुत अच्छा है और गेस्ट भी बड़े मजे मजे के आपने बैठा के रखे होते हैं, इंटरेस्टिंग किस्म के शिकार। ये अल्लाह के ਸਿਸਟਰ ਜੀ दिल है। ਸਿਸਟਰ ਜੀ ਫਿਰ ਕ੍ਰਿਸਚਨ ਹੋ ਜਾਓ ਤੁਸੀਂ ਵੀ। ਉਹ ਗੱਲ ਹੈ ਨਹੀਂ, ਮੈਂ ਤੁਹਾਨੂੰ ਨਹੀਂ ਮਤਲਬ ਕਿ ਤੰਗ ਕਰਨਾ ਚਾਹੁੰਦੀ, ਇਹ ਤੁਹਾਡੀ ਚੀਜ਼ ਹੈ, ਤੁਸੀਂ ਰੱਖੋ। ਜੇ ਮੈਂ ਤੇ ਐਥੀਅਸਟ ਕਿਸੇ ਵਜ੍ਹਾ ਤੋਂ ਹੋਈ ਆ, ਐਵੇਂ ਥੋੜਾ ਹੀ ਹੋ ਗਈ ਆ, ਐਵੇਂ ਥੋੜਾ ਹੀ ਕੋਈ ਛੱਡ ਦਿੰਦਾ ਹੈ। ਆਹੋ ਮੈਂ ਉਹ ਗੁੱਜਰ ਦੀ ਵੀ ਗੱਲ ਕਰਨ ਡਿਆ ਵਾ ਐਕਚੁਅਲੀ, ਤੁਸੀਂ ਵੀ ਕ੍ਰਿਸਚਨ ਹੋ ਜਾਓ। ਕ੍ਰਿਸਚਨ ਬੋਲਣ ਡਿਆ ਸੀ ਨਾ ਉਹ। ਹਾਂ ਕ੍ਰਿਸਟਨ ਬੋਲਣ ਦਿਆ ਸੀ। ਇਹਨੂੰ ਇਹ ਇਟਲੀ ਚ ਰਹਿੰਦਾ ਹੈ ਤੇ ਮੈਂ ਇਹਨੂੰ ਇੱਕ ਦਿਨ ਪੁੱਛਿਆ ਵਾਟੀਕਨ ਸਿਟੀ ਗਿਆ ਕਦੀ, ਕਹਿੰਦਾ ਉਹ ਕਿੱਥੇ ਵੇ, ਕਹਿੰਦਾ ਉਹ ਕਿੱਥੇ ਵੇ। ਉਹ ਮੈਂ ਕਿਹਾ ਕਮਲਿਆ ਇਟਲੀ ਚ ਜਿੱਥੇ ਪਾਪ ਰਹਿੰਦਾ ਹੈ। ਹਾਂ ਹਾਂ ਉੱਥੇ ਮੈਂ ਗਿਆ ਸਾਂ। ਏਡਾ ਤੇ ਕਮਲਿਆ ਗੁੱਜਰ ਦੀ ਕੀ ਗੱਲਾਂ ਕਰੀਏ। ਮੈਂ ਕਿਹਾ ਫਿਰ ਤੂੰ ਜਾ ਕੇ ਨਾ ਉੱਥੇ ਜਾ ਕੇ ਨਾ ਤੇ 4-5 ਮੁੰਡੇ ਲੈ ਕੇ ਜਾ ਕੇ ਉੱਥੇ ਪ੍ਰੋਟੈਸਟ ਕਰਕੇ ਕ੍ਰਿਸਚਨ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਨਾ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ ਤੇ ਹੈਲਪ ਕਰੋ। ਮੈਨੂੰ ਕਹਿੰਦਾ ਤੂੰ ਅੱਪੜ ਤੇ ਫਿਰ ਮੈਂ ਜਾਣਾ, ਨਹੀਂ ਤੇ ਮੈਂ ਕੱਲਾ ਨਹੀਂ ਜਾਂਦਾ ਨਾ। ਮੈਂ ਕਿਹਾ ਮੈਂ ਤੇਰੇ ਵਰਗੇ ਬੇਈਮਾਨ ਦਾ ਪਤਾ ਹੀ ਨਹੀਂ, ਮੈਂ ਉੱਥੇ ਪਹੁੰਚੀ ਹਾਂ ਤੂੰ ਪਹੁੰਚੇਗਾ। ਮੈਂ ਕਹਿੰਦਾ ਮੈਂ ਤੇ ਪੌਪ ਨੂੰ ਮਿਲਿਆ ਵਾਂ, ਮੈਂ ਤੇ ਹੱਥ ਵੀ ਮਿਲਾਇਆ ਹੈ। ਮੈਂ ਕਿਹਾ ਤੇਰਾ ਕੀ ਕੰਮ ਹੈ ਉੱਥੇ, ਤੁਸੀਂ ਇੱਥੇ ਆ ਕੇ ਸਾਈਆਂ ਨੂੰ ਹੱਥ ਮਿਲਾਉਂਦੇ ਜੀ, ਉੱਥੇ ਆਂਦੇ ਜੀ ਇਹਨਾਂ ਨੂੰ ਅਸੀਂ ਸਾੜਾਂਗੇ ਮਾਰਾਂਗੇ। अच्छा ये कोई आए हैं अनएजुकेटेड सूरमा। जी सूरमा साहब बात करें। ਜੀ ਮੈਂ ਬਹਿਨ ਖਤੀਜਾ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਸੀਗਾ ਵੀ ਵੈਸੇ ਤਾਂ ਕੁਰਾਨ ਪਾਕ 'ਚ ਲਿਖਿਆ ਵੀ 4 ਸ਼ਾਦੀ ਕਰ सकते हैं, ਤੇ हमारे प्यारे मोहम्मद रसूल ने 10-12 शादी क्यों की थी? 9 कागजों में तो 9 लिखी हुई, लेकिन की उन्होंने कई और जगहों पे तारीख में पता चलता है ज्यादा ही की हुई थी, ज्यादा ही की हुई थी। हाँ। इसका मतलब उन्होंने रूल तोड़ दिया इस्लाम का। अच्छा, और रूल ਕਿਹੜਾ ਹੁੰਦਾ ਇਸਲਾਮ ਚ, ਕਿਹੜਾ ਰੂਲ ਹੈ ਭਰਾਵਾ? ਕੋਈ ਰੂਲ ਨਹੀਂ ਹੈਗਾ ਇੱਥੇ। ਜਿਹਦੇ ਹੱਥ 'ਚ ਲਾਠੀ ਹੈ ਉਹਦੀ ਭੈਂਸ ਵਾਲੀ ਗੱਲ ਹੈ, ਜਿਹਦਾ ਜਿਹਦੇ ਜੋ ਹੱਥੇ ਲੱਗੇ ਉਹ ਫੜ ਲੈਂਦਾ ਹੈ। ਇੱਥੇ ਕੋਈ ਰੂਲ ਸ਼ੂਲ ਨਹੀਂ ਹੈਗਾ। इसका मतलब हमारे प्यारे नबी सल्लल्लाहु रूल नहीं मानते थे, अपनी मर्जी करते थे। हाँ जी बिल्कुल अपनी मर्जी करते सन, अल्लाह के नबी सन, उन्होंने मर्जी जो मर्जी करन। खतीजा जी आपकी इजाजत हो तो मैं कुछ ऐड करूं? सुरमा भाई मैं कुछ ऐड करना चाहूंगा। हाँ हाँ कर दे फ्लाइंग कर दे। जी। वो ऐसा है कि जो कुरान में या हदीस में बताया गया कि आप एक वक्त में 4 से ज़्यादा नहीं कर सकते, एक वक्त में 4, अगर आपको 5वीं करनी है तो उसको तलाक देंगे। अच्छा ये हो गई, ये तो है रूल की बात, लेकिन मोहम्मद साहब ने कोई ऐसा नहीं, कोई ऐसी तारीख या वो नहीं है जिससे साबित हो सके कि उन्होंने एक वक्त में 4 ही रखी हैं। हाँ उनकी 9 शादियाँ या उससे ज़्यादा 10-11 भी हैं। अच्छा ये तो वो हैं जो उन्होंने बाकायदा जिनसे निकाह किया। अच्छा उसके अलावा जो लौंडियाँ होती थी ना उनकी कोई तादाद नहीं है, वो तो उसके अलावा होते थे लोग। अच्छा उसका कोई रिकॉर्ड ही नहीं है कि उनके साथ निकाह होता था। मैं ना इंटरप्ट नहीं करना चाहती थी। अब जो बात ये है कि नॉर्मली तो लोंडियों से कोई निकाह शिकाह वाला चक्कर नहीं है इस्लाम में तो, लेकिन ये अभी पूछने आए ना कि असूल तोड़ा, तो हज़रत मोहम्मद ने तो मारिया किप्तिया से क्यों निकाह कर लिया? फिर वो भी तो लौंडी मिली थी। जी बिल्कुल उन्होंने असूल तोड़ा है। और फिर अगर आप मुसलमान के उलमाओं से पूछेंगे ना तो वो कहेंगे कि नहीं ये असूल बाद में आया था, उन्होंने शादियां पहले की थी। तो वो ऐसे ना आपको घुमा देंगे, चक्कर दे देंगे, वो कोई ना कोई जवाब कहीं ना कहीं से ज़रूर निकाल के दे देंगे, लेकिन उनके पास कोई वो परफेक्ट कोई इसकी वो ऑथेंटिक जो है ना डेट्स हैं ना तारीख है ना ये उनके पास कोई सबूत है कि नबी ने जो है एक ही वक्त में सिर्फ 4 की, 5वीं की तो उसको तलाक दी। तो ये पूरा उनके साथ कोई डेट नहीं है कि किसके साथ किस डेट से लेकर किस डेट तक रहे, वो डेट्स भी नहीं है। तो असूलन तौर पे तो यही है कि एक वक्त में 4 से ज़्यादा नहीं कर सकते, लेकिन नबी के बारे में अगर आप किसी से पूछेंगे तो यही कहेंगे कि नहीं उनके बारे में ज़्यादा वो मालूमात नहीं है। नहीं उनकी एक्चुअली नबी का जो है वो एक्सेप्शन है, वो एक्सेप्शनल केस है। उनके दफ़ा में अल्लाह ने रियायत भी तो की है ना भाई फ्लाइंग चौहान,
जी ये जी हाँ, बताइए। असल बात यही है कि जब वो कर लेते थे फिर बाद में जो है अल्लाह मियाँ की तरफ से कोई ना कोई आयत या कोई ना कोई हदीस ऊपर से बारिश की तरह पड़ पड़ती थी। जी जी, हाँ, जैसे वो हदीस तो नहीं, उस वक्त तो कुरान ही आता था। कुरान ही था। हाँ कुरान की आयत नाजिल हो जाती थी। और सिस्टर ने बड़ी अच्छी बात की लौंडियों की, और वो औरतें भी अनगिनत हैं जिन्होंने हिबा किया। हिबा जी से ये मुराद है कि कोई उसकी भी, आयत भी है कुरान में हिबा की, और वो औरतें जो खुद को नबी को हिबा करना चाहें। जी बिल्कुल। इस अच्छा, आयत को, सॉरी जी सिस्टर, इस आयत को पढ़ने के बाद ना, ये मेरी आखिरी चीज थी जिससे मैंने इस्लाम को फिर बिल्कुल टाटा बाय बाय कर दिया था। बात कर दिया था। हाँ, ये आखिरी चीज थी। मैंने कहा ये अब इससे आगे अब कोई और चीज नहीं मुझे चाहिए ना, ये आखिरी चीज थी। बिल्कुल। अच्छा, जी, इस कल मैं एक हिबा के मौलवी से बारे में पूछ रहा था जी कि अनएजुकेटेड भाई मौलवी जरा से पूछ रहा कंप्लीट, था। ये सूरमा भाई जरा बात जी कंप्लीट करने दें, फिर आप प्लीज आप बात जी कीजिएगा, करो। क्योंकि हमारे जो सुनने वाले हैं उनमें भी काफ़ी लोगों को हिबा का पता नहीं होगा। तो मैं थोड़ा एक्सप्लेन कर दूं कि लौंडियाँ जो हैं वो तो सबको पता है कि स्लेव गर्ल्स हैं, जिसे कॉन्क्यूबाइंस भी कहते हैं। अच्छा, अब हिबा से मुराद ये है कि हुब से है, यानी अपने आप को फ़िदा कर देना, कुर्बान कर देना। यानी यहाँ रसूलुल्लाह के प्यार में वो अपना जिस्म की कुर्बानी देती थीं। वो ख़वातीन भले शादीशुदा हों या गैर शादीशुदा हों, और वो अपने रिश्ता इज़्दवाज में कायम हों, यानी तलाक़ याफ्ता नहीं। उनके हस्बैंड्स को भी कोई एतराज़ नहीं होता कि वो एक रात जाके अपनी जिस्म की कुर्बानी, अपने जिस्म को जो है वो आगे पेश कर देती थीं। रसूलुल्लाह उनसे सोहबत करते थे और वो वापस आ जाती थीं अपनी इज़्दवाजी ज़िंदगी में दोबारा। वो उसको कहते हैं हिबा। तो वो तो लातादाद लोगों औरतों ने अपने आप को गिफ्ट किया अपने जिस्म को। जी सिस्टर, आप बात करना चाह रहे थे तो प्लीज़ करें बात। मैं कह रही थी कि रसूल करे तो जना नहीं, आम आदमी करे तो जना। रसूल करे तो तोहफा, आम आदमी करे तो जना। ये अभी जो भाई पूछ रहे थे कि क्या रसूल अल्लाह खुद नहीं फॉलो करते थे असूलों को, तो लो मेरे भरा असूल है जे पिया, हुण कर लो जो करना जे इत्थे। हाँ जी, असूल उन्हों के बाद बने हैं वो। ਆਹੋ, उनके ਅਸੂਲ ਇੰਜ ਅਸੂਲ ਬਣਦੇ ਜੇ, ਜਿਵੇਂ ਦੁਨੀਆ ਤੇ ਅਮੀਰਾਂ ਵਾਸਤੇ ਅਸੂਲ ਹੁੰਦੇ ਨੇ ਨਾ, ਇੰਜ ਹੀ ਇਸਲਾਮ 'ਚ ਅਸੂਲ ਜੇ। खुद तो लौंडियां रखी हैं और बाद में कहेंगे नहीं और बात लौंडियों को दफा करो। ये जो हिब्बा वाली चीज है, ये होता है गिफ्ट। हिब्बा करना होता है गिफ्ट देना। हाँ, ये इससे क्या औरत कोई चीज है? औरत कोई चीज है जिसको वो गिफ्ट ले रहा है? नबी, हद होती है यार। इतनी बीवियां करने मैं के बोल बाद भी सकता तुम्हें हूँ? गिफ्ट की जरूरत है? इतनी बीवियां रखने के बाद भी तुम्हें गिफ्ट की जरूरत है? और अब वो जो जी जना मैं बोल है वो सकता हूँ? किसी अन्य को याद नहीं आ रहा कि नबी भी जना करन दिया है। जी सूरमा जी साहब, क्या बात कंप्लीट करें। कल कल मैं एक मौलवी जैसे लाइव पे एक मौलवी से बात कर रहा हूँ, उससे मैंने क्वेश्चन पूछा कि एक जंग हुई थी जब 1000 के करीब आदमी मर गए थे, उनकी औरतों को बाद में मुसलमानों ने बांट लिया था, लोंडिया बना लिया था उनको। तो ये क्यों किया उन्होंने? तो वो बोल रहा था कि इस्लाम में लोंडियों की परमिशन है क्योंकि वो कहाँ पे जाएंगी, लेकिन लोंडियों को पूरे हक मिलते हैं। अगर किसी लोंडी के साथ रिलेशन बनाते बच्चा हो जाता है तो उसको बीवी बनाना पड़ता है। इसके बारे में आप क्या कहते हो? कुछ ऐसा है? मैं ऐड करना चाहूँगा अगर आपकी इजाज़त हो तो खतीजा जी। जी करें ऐड आप। वो जो आप जिसका हवाला दे रहे हैं ना, वो है बनी कुरैज़ा के साथ हुई थी। एक जो हुई थी ग़ज़वा खंदक, जिन्होंने इसमें खंदक बनाई थी। अच्छा, उसमें ये था कि मदीना में एक कबीला था यहूदियों का और मुशरिकीन जिसे कहते हैं, मतलब इस्लाम ना मानने वालों का। उसका नाम था बनी कुरैज़ा और वो काफ़ी अरसे से वहाँ पे रह रहे थे। अच्छा, जब मुसलमानों ने इसको फ़तह कर लिया तो ज़ाहिर-सी बात है उन्होंने कहा था कि भई ये कबीला है, ये हमें टैक्स दे रहा है, इनको टैक्स देते रहो। अच्छा, उस कबीले में हुआ क्या था कि उस कबीले ने कहा था कि जनाब आपस में इसको करके ना मुसलमानों के साथ इनको लड़ाई करेंगे, जंग करेंगे। उन्होंने ना आपस में ना कंस्पिरेसी बनाई, वो बनाई। तो किसी तरह ये मुसलमानों को पता चल गया, इसमें कोई सहाबी का नाम है, उनका नाम मेरे ज़हन में नहीं आ रहा, कि उनकी इस साजिश का पता चल गया। तो उन्होंने आके मोहम्मद को बताया कि भई ये तो वो जो बनी कुरैज़ा हमारे खिलाफ साजिश कर रहा है। तो जाके ना रसूल ने कहा कि ठीक है, इनको जो है ना इनके ऊपर जंग करो और इनको मारो। तो ये खबर लेके जो सहाबी आए थे उनको बताने, वो सहाबी गए जाके बनी कुरैज़ा को उन्होंने खबर कर दी कि आप जो है वो लड़ने के लिए तैयार हो जाओ और मुसलमान आ रहे हैं और आपको काट देंगे। उन्होंने इशारा कर दिया कि काटेंगे। तो उसमें फिर उन्होंने उसके साथ मुसलमानों ने जो है उनके साथ जंग की, उनके सारे मर्दों को मार दिया, औरतें और बच्चे लौंडियां बनाई और बेचे, और बेचकर घोड़े और जो जंग का सामान तलवारें होती वो खरीदी। अगली जंग की तैयारी का सामान खरीदा, ऐसे बोल। अगली जंग की तैयारी का सामान खरीदा। तो औरतें और बच्चे
मर्दों को उन्होंने मार दिया, औरतें और बच्चों को बाजार में ना सिर्फ बेचा बल्कि उनको लौंडिया बनाया और उनसे सामान भी खरीदा। अगर अच्छा, ये जो आपने फ्लाइंग में थोड़ी सी करेक्शन कर दूं, ये जो कह रहे हो ना कि खबर मिली कि बनु कुरैजा ने कोई साजिश की, ना ना, ये गलत है। तारीख में ये नहीं है। तारीख में ये है कि हजरत मोहम्मद ने ये बात बनाई थी खुद ही एक मुद्दे को लेके, क्योंकि इनका तो पहला वो पीस ट्रीटी साइन हुआ था ना, मिसाक मदीना। तो मिसाक मदीना को हजरत मोहम्मद ने देख लिया, जबकि यहूद जो हैं वो अब नहीं मानते उनको। बुला तो बैठे थे यहूद, जब उन्होंने वो 15 जो उन्होंने क्वेश्चन किए तो हजरत मोहम्मद के पास जवाब नहीं थे। हजरत मोहम्मद 15 दिन के लिए गायब हो गए। अब फिर यहूदियों को यकीन हो गया कि ये कोई नबी नहीं है। जी। तो उसके बाद ये फड्डा शुरू हुआ था, जब हजरत मोहम्मद ने देखा कि यहूदियों ने तो मेरे से मुंह बना लिया है। जी जी बिल्कुल। मुख्तलिफ ये क्योंकि तारीखी वाक़या तो मुख्तलिफ किताबों में मुख्तलिफ तरीके से लिखा हुआ है, लेकिन असल हकीकत यही है कि उनके ऊपर उन्होंने जो है चढ़ाई कर दी, उनको मारा, उनके औरतों को जो है लौंडिया बनाया और औरतों और बच्चों को बेच दिया, बेच के जंग का सामान खरीदा था। वो सफिया थी ना जो इनकी बनु कुरैजा की बेटी थी। जी जी सफिया, हाँ। उसी दिन उसके बाप, उसके भाई और उसके शोहर का मर्डर किया। उसी रात हजरत मोहम्मद ने उसके साथ जो है क्या नाम है, हम बिस्तरी की, उसी रात। सफिया बिनते हाई। हाँ जी, ये है पीस का मजहब और रहमतुल लिल आलमीन की रहमत, और क्या बोलना चाहिए, प्यारे प्यारे अल्लाह मियाँ का प्यारा प्यारा नबी। जी, इसका मतलब लौंडियों के पास कोई हक नहीं था। नो, लौंडियों के पास कोई हक नहीं है। अगर किसी लौंडी के पास अगर बच्चा हो गया तो उसको वो बोलते कि वो बीवी बनाते थे, कुछ ऐसा था। उनका जो उनके से जो बच्चा औलाद होती थी वो उनकी औलाद ही समझी जाती थी। ऐसा मतलब कि उसको बीवी के तौर पर देखें, इस्लाम में तो बीवी का भी कोई ऐसा राइट नहीं है, औरतों का कोई ऐसा राइट नहीं है जिसमें जो है वो कोई खुलम उसमें जो है उनकी अपनी मर्जी के अलावा मर्जी पूछी जाती निकाह के वक्त। अगर कोई ऐसा नहीं, उसको औरतों को घर के अंदर पर्दे के अंदर पूरा ढांक के रख के जो है वो करने का वो दिया जाता है, ना कोई बाहर जाने का। वैसे इनका फ्लाइंग इनका सवाल बड़ा रेलिवेंट है, क्योंकि मुझे भी अभी तक कुरान में सिर्फ ये तो है कि वो आयत है कि तुम्हें अगर इंसाफ का डर हो तो तुम जो तुम्हारे कब्जा में है उनसे शादी कर लो, उनसे जो है ज़ौजियत इख्तियार करो, लेकिन उनके बच्चों के बारे में कोई कुछ भी नहीं लिखा हुआ। बच्चों के बारे में कुछ ज्यादा नहीं लिखा हुआ, और नहीं, कुरान में नहीं लिखा हुआ ना, क्लियर कोई बात नहीं लिखी हुई इस तरह की। जी ऐसा नहीं है, लेकिन उनका वो जो उनसे जो औलाद होती है उनको वो उसी की औलाद ही माना जाता है। लेकिन बात तो ये, ऐसा फिर वो कोई बच्चे documented मुआशरे में proof किसके नहीं है। बच्चे कहलाते हैं? सवाल तो ये, फिर वो लौंडी के बच्चे कहलाएंगे या उस मर्द के बच्चे कहलाएंगे? सवाल तो ये भी है। मौलवी बोल रहा था कि अगर बच्चा हो जाए तो उसके साथ निकाह करते थे। यानी कि मौलवी ये बोल रहा था, आप ये कहना चाह रहे हैं कि वो भी आगे से गुलाम था। बड़ी बेगैरती अगर ऐसे था तो भाई, क्योंकि कुरान में कुछ लिखा कोई नहीं हुआ इसके बारे में। हो सकता है फिर यही हो जो मौलवी बक रहा है। लौंडियों के बारे में कोई वो नहीं है। लौंडियों से जिनसे बच्चे पैदा हो, वो एक है, एक वाकया कोई, वो मैं निकालूंगी किसी दिन, फिर सुनाऊंगी। इनके करतूत बस कुछ भी नहीं है, कोई काम की चीज नहीं है। ये कहते हैं जी हमारा आप दीन पे बात ना करें, कोई काम की चीज निकले तो हम भी ना करें, निकलती तो है नहीं कोई काम की चीज। चलें ठीक है, मैं चलती हूँ फिर। ग्रोली सिस्टर फिर आए आप नेक्स्ट टाइम मेरी लाइफ पे, फिर बात होगी, आती रहा करें। जी जी सिस्टर जी, बिल्कुल। थैंक यू सो मच, आपने ज्वाइन किया। ओके जी, ओके, थैंक यू आप सबका लेने का। ओके बाय। ओके, खुदा हाफिज़। ओके जी बाय। ओके बाय। जी जी जी। एक और मेरे दिमाग में आता था, ये वो क्या बोलते हैं इसको, ये बच्चों को छोटे होते क्या करते हैं उसको, कार्सिज्म क्या बोलते हैं, जो सुन्नत करते हैं बच्चे की, काटते हैं आगे से, वो क्यों करते हैं? वो उन्होंने एक्चुअली सुन्नत इब्राहीमी है भाई, वो काफ़ी दीन तो वहाँ से चोरी किया हुआ है ना, तो वो वहाँ से उन्होंने यहूदियों से ये चीज़ चोरी किया। वज़ू का तरीका या वज़ू जो है वो भी जो है आपको पता है कि यहूदियों से चोरी किया गया है। अब दीवारें गिरियाँ के सामने खड़े होकर इबादत करते हैं यहूदी, वो भी, और वो बड़ा हिल के इबादत करते हैं।
اب آپ دیکھیں قرآن کی جب قرأت کرتے ہیں یا تلاوت کرتے ہیں تو یہ بچے اب مدرسے میں ہل رہے ہوتے ہیں باقاعدہ. اور اگر آپ اپنا یوٹیوب پہ یا کوئی آپ سوشل میڈیا پہ یا گوگل میں سرچ کریں کہ اس ایک یہودی عبادت جب کرتا ہے دیوار گریاں کے پاس وہ کس طرح سے کرتا ہے ہل ہل کے، ایسے ہی جو اس کے رخ کر کے کعبے کی طرف وہ کرتے ہیں عبادت، تو وہ دیوار گریاں کی طرف کیونکہ